हीरा छाड़ के प्रयाण की आस, ते नर दोजक जाएंगे सत भागै रविदास। कौरवदास कथ कथा कौ काय करीजै, जैसा तू तैसा तू ही क्या अपमान दीजै। सतगुਰਾਂ ਦੇ पावन पवित्र बचन हैं। बेदीना की दोस्ती बेदीना का खान। जिस प्राणी का कोई भी इंसान का धर्म नहीं है, कोई दीन नहीं है, उस प्राणी का जीवन महाराज कहते ने बेअर्थ है। जिमें बकरी के गल दे विच लूलां हुंदियां ना, उन्हां विचों दुध नहीं निकलदा, वो वाधू मास हुंदा है। जिमें वो बेअर्थ है, तिवें नाम तो बिना, बाणी तो बिना अते धर्म तो बिना हर प्राणी का जीवन जिहड़ा है अधूरा है, बेअर्थ है। हुण जनगणना जिहड़ी है आ रही है, और ये जिहड़ी जनगणना है इहदे विच जिहड़ा धर्म है वो लिखाउण वास्ते सारिया संगतां ने लिखाउणा है। लिखाउण वास्ते प्रेरणा की जाती सारिया संगतां ने। आपां सारे लोग साडा जिहड़ा पिछोकड़ है वो आदिवासी है, आदिवंश है आपां, और आद धर्मी लिखाउणा चाहिए है, अते आद धर्मी कौम लिखाउणी चाहिए, आद धर्म अपना लिखाउणा चाहिए है। सारिया संगतां नूं अपील करते हैं, बेनती प्रवान करना जी, इधर उधर भटकना नहीं है, इधर उधर भटक के अपना जीवन नहीं खराब करना। सारी संगतों को अपील है कि अपना जिहड़ा धर्म है वो आद धर्म लिखाउणा है, तो कौम जिहड़ा है वो आद धर्मी लिखाउणा है। सारी संगतों की अपील है, बेनती प्रवान करना जी। जय गुरुदेव, धन गुरु। आदि अपने इष्ट की मन में तरिए आस, और देव ना पूजिए पूजो गुरु रविदास। मानजो भैनों ते भरावो, अज आपां एक खास प्रोग्राम लैकर आप दे रूबरू होने जा रहे हैं। जो जनगणना सारे संसार दे विच इस वेले हो रही है, और खास करके असी अज दे प्रोग्राम विच जो यूके दे विच बहुत वारी साडे जो समाज दे विच कई ऐसे भी प्रोग्राम चल रहे ने, जेकर असी आप दे अगे सच्चाई ना रखांगे तो साडा जो समाज है, जो साडे समाज लई साडे बजुर्गां ने अपना खून डोल के अपने सिर दे उपर डांगा खा खा के शहीदियाँ पा के जो सानू धर्म दिता वो आद धर्म है। आद धर्म 1930 ਦੇ ਵਿੱਚ रजिस्टर होया, ਅਤੇ 1931 ਦੇ ਵਿੱਚ जिस वेले मरदमशुमारी होई, उस मरदमशुमारी के जो फार्म आए सी ਉਹਦੇ ਵਿੱਚ आद धर्म का खाना बिल्कुल सी, ਅਤੇ ਸਾਡੇ बहुत सारे ਲੱਖਾਂ ਦੀ ਤਾਦਾਦ ਵਿੱਚ ਸਾਡੇ ਵੀਰਾਂ ਭੈਣਾਂ ਨੇ ਉਸ ਦੇ ਵਿੱਚ ਆਪਣੇ ਆਪ ਨੂੰ ਧਰਮ ਦੇ ਖਾਨੇ ਦੇ ਵਿੱਚ ਆਦ ਧਰਮ ਅਤੇ ਆਪਣੇ ਸਮਾਜ ਦੇ ਲਈ ਆਪਣੇ जात लई उस वेले आद धर्म ही लिखाया। ਅਤੇ ਅਸੀਂ भी यही चाਹੁੰਦੇ ਹਾਂ कि जो साडे बजुर्गां ने ये कुर्बानियां दे के ਅਤੇ जो साडे बजुर्गां ने अपने तन दे उपर सारे दुख झल के साडे लई एक धर्म कायम किया, असी अपने उस इतिहास नूं विगाड़ीए ना, बल्कि अपने बजुर्गां दे कीते हुए कारनामे दे उपर फुੱਲ चढ़ाइए ਅਤੇ ਆਪਣੇ ਆਪ ਨੂੰ ਆਦ ਧਰਮੀ ਲਿਖਾ ਕਰ ਉਹਨਾਂ ਬਜ਼ੁਰਗਾਂ ਦੀ ਦਿੱਤੀਆਂ ਹੋਈਆਂ ਕੁਰਬਾਨੀਆਂ ਦਾ ਆਪਾਂ ਉਹਨਾਂ ਦੇ ਮਾਣ ਸਨਮਾਨ ਉਹਨਾਂ ਨੂੰ ਦਈਏ। ਅੱਜ ਦੇਖਣ ਵਿੱਚ ਆਇਆ ਹੈ ਕਿ ਜਿਸ ਤਰ੍ਹਾਂ ਆਦ ਧਰਮ ਜਿਸ ਵੇਲੇ ਹੋਂਦ ਵਿੱਚ ਆਇਆ ਸੀ, ਉਸ ਵੇਲੇ ਵੀ ਬਹੁਤ ਸਾਰੇ ਬਾਕੀ ਜੋ ਧਰਮ ਸੀ ਜਾਂ ਬਾਕੀ ਸਮਾਜ ਸੀ, ਉਹਨਾਂ ਦੇ ਵੱਲੋਂ ਸਾਡੇ ਸਮਾਜ ਦੇ ਉੱਪਰ ਬਹੁਤ ਸਾਰੇ ਸਾਨੂੰ ਤਸੀਹੇ ਦਿੱਤੇ ਗਏ ਅਤੇ ਵੱਖਰੇ ਵੱਖਰੀਆਂ ਕਮੇਟੀਆਂ ਤਿਆਰ ਕਰਕੇ ਵੱਖਰੇ ਵੱਖਰੇ ਕਿਨੇ ਅਸੂਤ ਆਧਾਰ ਕਿਨੇ ਇਹ ਆ ਵੀ ਹੋਰ ਬਹੁਤ ਤਰ੍ਹਾਂ ਦੀਆਂ ਕਮੇਟੀਆਂ ਬਣਾ ਕੇ ਸਾਡੇ ਬਜ਼ੁਰਗਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਸੀ, ਲੇਕਿਨ ਉਹ ਡਰੇ ਨਹੀਂ, ਬਲਕਿ ਡੰਕੇ ਦੀ ਚੋਟ 'ਤੇ ਉਹਨਾਂ ਨੇ
ਆਪਣੇ ਸਾਰੇ ਦੁੱਖ ਚੱਲ ਕੇ ਉਹਨਾਂ ਨੇ ਆਪਣੇ ਆਪ ਨੂੰ ਭਾਰਤ ਦੇ ਮੂਲ ਨਿਵਾਸੀ ਹੋਣ ਦੇ ਨਾਤੇ, ਭਾਰਤ ਦੇ ਆਦਿਵਾਸੀ ਹੋਣ ਨਾਤੇ ਅਤੇ ਸਤਿਗੁਰੂ ਧਾਮ ਦੇ ਸੱਚੇ ਪੈਰੋਕਾਰ ਹੋਣ ਦੇ ਨਾਤੇ ਆਪਣੇ ਆਪ ਨੂੰ ਆਦ ਧਰਮੀ ਲਿਖਾਇਆ। ਸੋ ਮੈਂ ਬਹੁਤਾ ਕੁਝ ਨਾ ਕਹਿੰਦਾ ਹੋਇਆ, ਇਹ ਮੈਂ ਜ਼ਰੂਰ ਹੁਣ ਕਹਾਂਗਾ, ਸਾਡੇ ਪਾਸ ਬੈਠੇ ਨੇ ਸਾਡੇ ਸ੍ਰੀ ਗੁਰਦਾਸ ਧਾਰਮਿਕ ਸਭਾ 181 ਡੱਡੀ ਰੋਡ ਬੁਲਹੈਂਪਟਨ ਦੇ ਪ੍ਰਧਾਨ ਸ਼੍ਰੀਮਾਨ ਹਰੀਪਾਲ ਰੰਧਾਵਾ ਜੀ। ਉਹ ਪ੍ਰੀਮਲੀ ਜਿਹੜੀ ਆ ਪਹਿਲੀ ਜਾਣਕਾਰੀ ਆਪ ਜੀ ਨੂੰ ਉਹ ਦੇਣਗੇ, ਉਸ ਤੋਂ ਬਾਅਦ ਬਾਕੀ ਸਾਡੇ ਵੀਰ ਬਾਰੀ ਆਪ ਦੇ ਰੂਬਰੂ ਹੋਣਗੇ। ਹਰੀਪਾਲ ਰੰਧਾਵਾ ਜੀ, ਪ੍ਰਧਾਨ ਸ੍ਰੀ ਗੁਰਦਾਸ ਧਾਰਮਿਕ ਸਭਾ 181 ਡੱਡੀ ਰੋਡ ਬੁਲਹੈਂਪਟਨ। ਥੈਂਕ ਯੂ ਜੀ ਮੇਹਰ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ। ਅੱਜ ਜਿਸ ਟੌਪਿਕ 'ਤੇ ਵਿਸ਼ੇ 'ਤੇ ਅਸੀਂ ਇਕੱਤਰ ਹੋਏ ਹਾਂ ਉਹ ਬਹੁਤ ਹੀ ਸੈਂਸਿਟਿਵ ਹੈ, ਬਹੁਤ ਹੀ ਜ਼ਰੂਰੀ ਹੈ, ਕਿਉਂਕਿ ਥੋੜ੍ਹਾ ਤੁਸੀਂ ਦੱਸ ਵੀ ਦਿੱਤਾ, ਪਰ ਮੈਂ ਜਿਸ ਦੇਸ਼ ਦੇ ਵਿੱਚ ਅਸੀਂ ਰਹਿ ਰਹੇ ਹਾਂ, ਖਾਸ ਕਰਕੇ ਇੰਗਲੈਂਡ ਦੇ ਵਿੱਚ, ਇੱਥੇ ਸੈਂਸਸ ਹੋ ਰਹੀ ਆ 21 ਤਰੀਕ ਉਹਦੀ ਲਾਸਟ ਤਰੀਕ ਹੈ, ਜਿਹਦੇ ਲਈ ਅਸੀਂ ਕਾਫੀ ਦਿਨਾਂ ਤੋਂ ਸਾਰੇ ਆਪਣੇ ਭੈਣਾਂ ਭਰਾਵਾਂ ਨੂੰ ਅਵੇਅਰ ਵੀ ਕਰ ਰਹੇ ਹਾਂ, ਕਿਉਂਕਿ ਜਿਹੜੇ ਬੱਚੇ ਇੱਥੇ ਦੇ ਬੋਰਨ ਹੈ ਉਹਨਾਂ ਦੀ ਅਵੇਅਰਨੈਸ ਬਹੁਤ ਘੱਟ ਹੈ। ਇਸ ਕਰਕੇ ਸਾਡਾ ਇਹ ਫਰਜ਼ ਬਣਦਾ ਵੀ ਅਸੀਂ ਸਾਰਿਆਂ ਨੂੰ ਅਵੇਅਰ ਕਰੀਏ। ਪਹਿਲੀ ਤਾਂ ਗੱਲ ਮੈਂ ਇੱਥੋਂ ਸ਼ੁਰੂ ਹੁੰਦਾ ਕਿ ਕਹਿੰਦੇ ਵੀ ਸਦੀਆਂ ਤੋਂ ਸਾਨੂੰ ਦਰਕਾਰਿਆ ਗਿਆ ਹੈ, ਸਦੀਆਂ ਤੋਂ ਸਾਨੂੰ ਦਰਕਾਰਿਆ ਗਿਆ ਹੈ, ਅਛੂਤ ਕਹਿ ਕੇ ਪੁਕਾਰਿਆ ਗਿਆ ਹੈ। ਜਦੋਂ ਦਾ ਬਣਿਆ ਹੈ ਆਦਿ ਧਰਮ ਰਤਨ, ਉਦੋਂ ਦਾ ਸਾਨੂੰ ਸਤਿਕਾਰਿਆ ਗਿਆ ਹੈ। ਇਹ ਸ਼ਬਦ ਬਹੁਤ ਢੁਕਦੇ ਆ। ਆਪਾਂ ਸਾਰੇ ਇਸ ਗੱਲ ਨੂੰ ਜਾਣਦੇ ਹਾਂ ਕਿ 1931 ਦੇ ਵਿੱਚ ਆਦਿ ਧਰਮ ਹੋਂਦ ਦੇ ਵਿੱਚ ਆਇਆ, ਔਰ ਉਹਦੇ ਲਈ ਸਾਡੇ ਬਜ਼ੁਰਗਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਵੀ ਦਿੱਤੀਆਂ, ਬਹੁਤ ਸਾਰੇ ਲੋਕਾਂ ਦੀਆਂ ਸ਼ਹੀਦੀਆਂ ਵੀ ਹੋਈਆਂ। ਉਹਦਾ ਇਤਿਹਾਸ ਸਾਰਾ ਸਾਡੇ ਕੋਲ ਪਿਆ ਹੈਗਾ। 1931 ਦੀ ਜੋ ਇੰਡੀਆ ਦੇ ਵਿੱਚ ਸੈਂਸਸ ਹੋਈ ਆ, ਉਹਦੇ ਵਿੱਚ ਆਦਿ ਧਰਮ ਰਜਿਸਟਰਡ ਹੋਇਆ। ਉਹ ਵੀ ਕਹਿਣ ਦਾ ਮਤਲਬ ਉਦੋਂ ਗੋਰਿਆਂ ਦਾ ਰਾਜ ਸੀਗਾ ਇੰਡੀਆ ਦੇ ਵਿੱਚ, ਬ੍ਰਿਟਿਸ਼ ਅੰਪਾਇਰ ਸੀ। ਬ੍ਰਿਟਿਸ਼ ਅੰਪਾਇਰ ਦੇ ਅੰਡਰ 1931 ਦੀ ਜਿਹੜੀ ਮਰਦਮਸ਼ੁਮਾਰੀ ਆ ਜਾਂ ਸੈਂਸਸ ਆ, ਉਹਦੇ ਵਿੱਚ ਆਦਿ ਧਰਮ ਲਿਖਿਆ ਗਿਆ, ਔਰ ਉਹ ਆਦਿ ਧਰਮ ਲਿਖਣ ਕਰਕੇ ਹੀ ਸਾਡੇ ਜਿਹੜੇ ਸਾਡਾ ਸਮਾਜ ਸੀ, ਔਰ ਸਮਾਜ ਦੀ ਥੋੜ੍ਹੀ ਜਿਹੀ ਮੈਂ ਰੂਪ ਰੇਖਾ ਜ਼ਰੂਰ ਦੱਸੂਗਾ, ਕਿਉਂਕਿ ਸਾਡਾ ਸਮਾਜ ਕਿਹੜਾ ਆ, ਕਿਹਨੂੰ ਆਦਿ ਧਰਮੀ ਲਿਖਿਆ ਗਿਆ। ਕਿ ਉਸ ਵੇਲੇ ਬਹੁਤ ਸਾਰੇ ਕਹਿਣ ਦਾ ਕਬੀਲੇ ਸੀ ਜਿਹੜੇ ਇਕੱਤਰ ਹੋਏ, ਜਿਨ੍ਹਾਂ ਨੂੰ ਵੱਖਰੇ ਵੱਖਰੇ ਨਾਵਾਂ ਦੇ ਨਾਲ ਪੁਕਾਰਿਆ ਗਿਆ, ਲੇਕਿਨ 1931 ਦੀ ਮਰਦਮਸ਼ੁਮਾਰੀ ਦੇ ਵਿੱਚ ਸਾਰਿਆਂ ਨੇ ਇਕੱਤਰ ਹੋ ਕੇ ਇੱਕ ਨਵਾਂ ਜਾਣੀ ਆਪਣਾ ਜਿਹੜਾ ਨਾਂ ਲੈ ਕੇ ਆਂਦਾ। ਵੈਸੇ ਤਾਂ ਇਹ ਬਹੁਤ ਉਹਨਾਂ ਦਾ ਇਹ ਵੱਡਾ ਕਦਮ ਸੀ ਕਿ ਇਹ ਆਦਿ ਧਰਮ ਦਾ ਨਾਂ ਹੀ ਰੱਖਣਾ। ਆਦਿ ਧਰਮ ਦਾ ਮਤਲਬ ਹੈ ਜਦ ਤੋਂ ਸੰਸਾਰ ਚੱਲਿਆ ਉਹੀ ਧਰਮ ਹੋਣਾ ਚਾਹੀਦਾ। ਆਦਿ ਧਰਮ ਦਾ ਮਤਲਬ ਹੀ ਇਹ ਹੈ ਕਿ ਦੁਨੀਆ ਦਾ ਧਰਮ ਇੱਕੋ ਹੀ ਆ, ਵੀ ਆਪਾਂ ਸਾਰੇ ਬਰਾਬਰ ਹੈ। ਇਸੇ ਕਰਕੇ ਆਦਿ ਧਰਮ ਰੱਖਿਆ ਗਿਆ ਸੀ। ਇਹਦੇ ਲਈ ਇੱਕ ਅਮਰੀਕਾ ਦੇ ਸਕਾਲਰ ਹੈ ਮਾਰਕ ਜੁਰਗਨਸਮਾਇਰ, ਉਹਨਾਂ ਨਾਲ ਮੇਰੀ ਗੱਲਬਾਤ ਵੀ ਹੋਈ ਆ। ਉਹਨਾਂ ਨੇ ਸਪੈਸ਼ਲੀ ਤੌਰ 'ਤੇ ਆਪਣੀ ਖੋਜ ਜਿਹੜੀ ਹੈ, ਉਹਨਾਂ ਨੇ ਸਕਾਲਰਸ਼ਿਪ ਉਹਨਾਂ ਨੂੰ ਮਿਲੀ ਸੀ, 3 ਸਾਲ ਉਹ ਇਹਦੇ ਲਈ ਇੰਡੀਆ 'ਚ ਵੀ ਰਹੇ ਅਤੇ ਇੱਥੇ ਇੰਗਲੈਂਡ ਸਪੈਸ਼ਲੀ ਤੌਰ 'ਤੇ ਬੁਲਹੈਂਪਟਨ ਗੁਰੂ ਘਰ ਦੇ ਵਿੱਚ ਵੀ ਆਏ। ਉਹਨਾਂ ਦੀ ਇੱਕ ਕਿਤਾਬ ਹੈ ਦ ਰਿਲੀਜਨ ਐਜ਼ ਏ ਸੋਸ਼ਲ ਵਿਜ਼ਨ। ਉਹਦਾ ਦੂਸਰਾ ਕਹਿਣ ਦਾ ਮਤਲਬ ਹੈ ਜਿਹੜਾ ਦੂਸਰੀ ਵਾਰੀ ਜਿਹੜੀ ਉਹ ਕਿਤਾਬ ਛਪੀ ਹੈ, ਉਹ ਕਿਤਾਬ ਦਾ ਟਾਈਟਲ ਬਦਲ ਗਿਆ, ਉਹਦਾ ਨਾਂ ਹੈਗਾ ਰੈਬਲਸ ਇਨ ਪੰਜਾਬ। ਉਹਦੇ ਵਿੱਚ ਜੁਰਗਨਸਮਾਇਰ ਨੇ ਜਿਹੜੇ ਬਾਰਕਲੀ ਯੂਨੀਵਰਸਿਟੀ ਕੈਲੀਫੋਰਨੀਆ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਉਹ ਕਿਤਾਬ ਲਿਜਾ ਕੇ ਪ੍ਰਿੰਟ ਕਰਵਾਈ। ਉਹਦੇ ਵਿੱਚ ਉਹ ਲਿਖਦੇ ਆ, ਇੰਗਲਿਸ਼ ਦੇ ਵਿੱਚ ਉਹ ਕਿਤਾਬ ਹੈ। ਅਸੀਂ ਕੋਸ਼ਿਸ਼ ਕਰਾਂਗੇ ਉਹ ਕਿਤਾਬ ਵੀ ਕਿਸੇ ਤਰ੍ਹਾਂ ਸਾਰਿਆਂ ਨੂੰ ਉਪਲਬਧ ਹੋਵੇ। ਆਦਿ ਧਰਮ ਦਾ ਉਹਨੇ ਜਦ ਖੋਜ ਕੀਤੀ, 3 ਸਾਲ ਇੰਡੀਆ ਰਹਿ ਕੇ, ਬਾਊ ਮੰਗੂ ਰਾਮ ਜੀ ਜੋ ਬਾਨੀ ਆਦਿ ਧਰਮ ਦੇ ਸੀ, ਉਹਨਾਂ ਦੇ ਕੋਲ ਉਹ 3 ਮਹੀਨੇ ਉਹਨਾਂ ਦੇ ਪਿੰਡ ਜਾਂਦੇ ਰਹੇ। ਹੋਰ ਵੀ ਬਹੁਤ ਸਾਰੀਆਂ ਜਗ੍ਹਾ 'ਤੇ ਗਏ। ਮੇਰਾ ਕਹਿਣ ਦਾ ਮਤਲਬ ਸਾਰਾ ਸੀ ਵੀ ਆਦਿ ਧਰਮ ਨੂੰ ਨਹੀਂ ਕਿਉਂ ਚੁਣਿਆ। ਉਹਨਾਂ ਨਾਲ ਮੇਰੀ ਗੱਲ ਹੋਈ ਫੋਨ 'ਤੇ, ਉਹ ਕਹਿੰਦੇ ਸੀ ਵੀ ਹੋਰ ਸਾਰੀਆਂ ਚੀਜ਼ਾਂ ਬਾਰੇ ਦੁਨੀਆ ਦੇ ਜਿੰਨੇ ਸਕਾਲਰ ਹੈ ਉਹਨਾਂ ਨੇ ਇਹਨੂੰ ਸਾਰਿਆਂ ਨੇ ਅਣਗੌਲੇ ਕੀਤਾ ਸੀ, ਔਰ ਇਹ ਉੱਥੇ ਦੀ ਬਾਰਕਲੀ ਯੂਨੀਵਰਸਿਟੀ ਨੇ ਉਹਨੂੰ ਪਰਮਿਸ਼ਨ ਦਿੱਤੀ ਇਸ ਕੰਮ ਕਰਨ ਲਈ। ਉਹ ਆਦਿ ਧਰਮ ਦੇ ਬਾਰੇ ਉਹਨਾਂ ਨੇ ਆਪਣੀ ਖੋਜ ਵੀ ਕੀਤੀ। ਆਦਿ ਧਰਮ ਇੰਡੀਆ ਦੇ ਵਿੱਚ ਰਜਿਸਟਰਡ 1931 'ਚ ਹੋ ਗਿਆ, ਲੇਕਿਨ ਉਦੋਂ ਬਾਅਦ ਇੱਕ ਜਿਹੜੀ ਮੁਸ਼ਕਲ ਆਈ ਜਦੋਂ ਪੂਨਾ ਪੈਕਟ ਬਣਿਆ ਹੈਗਾ। ਪਤਾ ਨਹੀਂ ਉਹ ਬਾਬਾ ਸਾਹਿਬ ਨੇ ਕਹਿਣ ਦਾ ਮਤਲਬ ਪੂਨਾ ਪੈਕਟ ਦੇ ਵਿੱਚ ਉਹ
ਇਹਦੇ ਬਾਰੇ ਜੋ ਇਤਿਹਾਸ ਲਿਖਦਾ ਕਿ ਗਾਂਧੀ ਨੇ ਉਹਨਾਂ ਨੂੰ ਕਹਿਣ ਦਾ ਮਰਨ ਵਰਤ ਰੱਖਣ ਦਾ ਕੋਈ ਧਮਕੀ ਦੇ ਦਿੱਤੀ, ਜਿਹਦੇ ਵਿੱਚ ਉਹਨਾਂ ਨੇ ਪੂਨਾ ਪੈਕਟ ਕਰਨਾ ਪਿਆ, ਜਿਹਦੇ ਕਰਕੇ ਆਦਿ ਧਰਮ ਜੋ ਸਾਡਾ ਸੀ ਉਹਨੂੰ ਬਹੁਤ ਉਸ ਵੇਲੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਬੜੀ ਸੈਟਬੈਕ ਲੱਗੀ। ਲੇਕਿਨ ਇਸੇ ਹੀ ਨੂੰ ਅੱਗੇ ਲਿਜਾਂਦੇ ਹੋਏ ਡਾਕਟਰ ਅੰਬੇਦਕਰ ਸਾਹਿਬ ਨੇ ਕਹਿਣ ਦਾ ਮਤਲਬ ਇੱਕ ਸ਼ਡਿਊਲਡ ਕਾਸਟ ਫੈਡਰੇਸ਼ਨ ਬਣਾ ਦਿੱਤੀ, ਜਿਹਦੇ ਵਿੱਚ ਸ਼ਡਿਊਲਡ ਕਾਸਟ ਦੀਆਂ ਜਿਹੜੀਆਂ ਜਿੰਨੇ ਸਾਰੇ ਕਬੀਲੇ ਸੀਗੇ ਉਹ ਹੁਣ ਵੀ ਮੌਜੂਦ ਹੈ। ਭਾਰਤ ਦੇ ਸੰਵਿਧਾਨ ਦੇ ਵਿੱਚ ਵੀ ਉਹ ਸਾਰੇ ਹੈਗੇ ਆ ਵੀ ਜਿਹੜੀਆਂ ਇਹ ਜਿਨ੍ਹਾਂ ਨੂੰ ਸੋ ਕਾਲਡ 36 ਜਾਤਾਂ ਕਿਹਾ ਗਿਆ, ਉਹ ਸਾਰੀਆਂ ਆ ਧਰਮ ਦੇ ਵਿੱਚ ਕਹਿਣ ਦਾ ਮਤਲਬ ਸੀਗੀਆਂ। ਜਦ ਉਹ ਪਹਿਲਾਂ ਜਦੋਂ 1931 ਦਾ ਵਿੱਚ ਆ ਧਰਮ ਲਿਖਿਆ, ਬਾਅਦ ਦੇ ਵਿੱਚ ਉਹਨੂੰ ਕਹਿਣ ਦਾ ਮਤਲਬ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ। ਲੇਕਿਨ ਅੱਜ ਤੱਕ ਜਿਹੜਾ ਮੇਰਾ ਤਜਰਬਾ, ਮੈਂ ਆਪਣੀ ਗੱਲ ਕਰਦਾ, ਜਦੋਂ ਤੋਂ ਮੈਂ ਸਕੂਲੇ ਗਿਆ, ਸਕੂਲ ਤੋਂ ਬਾਅਦ ਮੈਂ ਕਾਲਜ ਗਿਆ, ਫਿਰ ਯੂਨੀਵਰਸਿਟੀ ਵੀ ਗਿਆ, ਅਤੇ ਜਦ ਵੀ ਮੈਂ ਕੋਈ ਵੀ ਫਾਰਮ ਭਰਦਾ ਸੀ ਤਾਂ ਉਹਦੇ ਵਿੱਚ ਪਹਿਲਾਂ ਇਹ ਪੁੱਛਦੇ ਸੀ ਵੀ ਤੁਹਾਡਾ ਧਰਮ ਕਿਹੜਾ ਆ। ਅਤੇ ਉੱਥੇ ਕਹਿਣ ਦਾ ਮਤਲਬ 2 ਚੀਜ਼ਾਂ ਸਾਨੂੰ ਲਿਖਣੀਆਂ ਪੈਂਦੀਆਂ ਸੀ, ਔਰ ਮੈਂ ਲਿਖਦਾ ਰਿਹਾ। ਉਹਦਾ ਸਬੂਤ ਮੈਂ ਬੈਠਾ ਇੰਡੀਆ 'ਚ, ਮੈਂ ਸਕੂਲ ਦੇ ਵਿੱਚ ਵੀ, ਕਾਲਜ ਦੇ ਵਿੱਚ, ਯੂਨੀਵਰਸਿਟੀ ਦੇ ਵਿੱਚ ਵੀ, ਉੱਥੇ ਅਸੀਂ ਆਪਣੇ ਧਰਮ ਦੇ ਖਾਨੇ ਦੇ ਵਿੱਚ ਆਦਿ ਧਰਮ ਲਿਖਦੇ ਰਹੇ ਹਾਂ। ਅਤੇ ਲੇਕਿਨ ਉਹਦੇ ਨਾਲ ਗੌਰਮੈਂਟ ਆਫ ਇੰਡੀਆ ਵੱਲੋਂ ਇਹ ਇਸ਼ੂ ਕੀਤਾ ਗਿਆ ਵੀ ਤੁਹਾਡੀ ਜਾਤ ਕਿਹੜੀ ਹੈ। ਮੇਰਾ ਜਾਤ ਤੋਂ ਜਿੱਥੋਂ ਤੱਕ ਮਤਲਬ ਹੁਣ ਜਿਹੜਾ ਇਸ ਵੇਲੇ ਇੱਥੇ ਆ ਰਿਹਾ ਵੀ ਜਾਤ ਦੀ ਉੱਥੇ ਜਿਹੜੀ ਕਾਸਟ ਸਿਸਟਮ ਹੈ ਉਹਦੇ ਤਾਂ ਅਸੀਂ ਖਿਲਾਫ ਹੈ, ਲੇਕਿਨ ਉਹਦਾ ਅਸਲੀ ਮਤਲਬ ਇਹ ਆ ਕਿ ਜਿਹੜੀ ਤੁਹਾਡੀ ਐਥਨੀਸਿਟੀ ਆ ਉਹ ਕੀ ਹੈ, ਜਿਹੜਾ ਇਸ ਵੇਲੇ ਇੰਗਲੈਂਡ ਦੀ ਸੈਂਸਸ ਦੇ ਫਾਰਮਾਂ ਦੇ ਵਿੱਚ ਹੈ। ਉੱਥੇ ਮੈਂ ਸਾਰਿਆਂ ਨੂੰ ਇਹ ਅਪੀਲ ਕਰਦਾ, ਜੋ ਇੰਗਲੈਂਡ ਦੇ ਜਿੰਨੇ ਵੀ ਸਾਡੇ ਸਮਾਜ ਦੇ ਲੋਕ ਹੈ, ਜਿਹਦੇ ਵਿੱਚ 36 ਜਾਤਾਂ ਦੇ ਲੋਕ, ਜਿਹੜੇ 'ਚ ਵਾਲਮੀਕੀ ਭਰਾ ਵੀ ਆਉਂਦੇ ਆ, ਕਬੀਰ ਪੰਥੀ ਵੀ ਆਉਂਦੇ ਆ, ਸਾਰੇ ਹੀ ਆਉਂਦੇ ਆ। 36 ਕਹਿਣ ਦਾ ਮਤਲਬ ਕੈਟੇਗਰੀ ਦੇ ਲੋਕ ਹੈ ਜੋ ਇੰਗਲੈਂਡ ਦੇ ਵਿੱਚ ਰਹਿ ਰਹੇ ਆ। ਉਹਨਾਂ ਦਾ ਜੇ ਉਹ ਆਪਣੇ ਉਹਨਾਂ ਬਜ਼ੁਰਗਾਂ ਨੇ ਜਿਨ੍ਹਾਂ ਨੇ ਉਹ 1931 ਦੀ ਮਰਦਮਸ਼ੁਮਾਰੀ ਵੇਲੇ ਬਹੁਤ ਸਾਰਿਆਂ ਨੇ ਆਪਣੀਆਂ ਜਾਨਾਂ ਵੀ ਦਿੱਤੀਆਂ, ਲੇਕਿਨ ਬਹੁਤ ਵੱਡਾ ਪ੍ਰੋਸੈਸ ਸੀਗਾ। 1925 ਤੋਂ ਆ ਧਰਮ ਮੰਡਲ ਜਲੰਧਰ ਤੋਂ ਸ਼ੁਰੂ ਹੋਇਆ ਸੀਗਾ। 1931 ਦੇ ਸਫ਼ਰ ਤੱਕ 6 ਸਾਲਾਂ ਦੇ ਵਿੱਚ ਜਿਹੜੇ ਉਸ ਬਜ਼ੁਰਗਾਂ ਨੇ, ਬਾਊ ਮੰਗੂ ਰਾਮ ਜੀ, ਜਿਨ੍ਹਾਂ ਨੇ ਕਹਿਣ ਦਾ ਮਤਲਬ 1913 ਦੇ ਵਿੱਚੋਂ ਕੈਲੀਫੋਰਨੀਆ ਤੋਂ ਆ ਕੇ ਮੂਵਮੈਂਟ ਕਹਿਣ ਦਾ ਮੈਂ ਸ਼ੁਰੂ ਕੀਤੀ ਸੀਗੀ, ਔਰ ਉਹਨਾਂ ਦੀਆਂ ਕੁਰਬਾਨੀਆਂ ਕਰਕੇ ਉਸ ਵੇਲੇ ਸਾਨੂੰ ਇਹ ਇੱਕ ਬਹੁਤ ਵੱਡਾ ਮਾਣ, ਸਾਨੂੰ ਇੱਕ ਨਾ ਇੱਜ਼ਤ ਦੇ ਨਾਲ ਬੁਲਾਉਣ ਜਾਣ ਲੱਗਿਆ। ਹੁਣ ਵੀ, ਅੱਜ ਵੀ ਤੁਸੀਂ ਭਾਰਤ ਦੇ ਵਿੱਚ ਕਿਤੇ ਵੀ ਜਾਵੋ, ਖਾਸ ਕਰਕੇ ਨਾਰਥ ਇੰਡੀਆ ਦੀ ਮੈਂ ਗੱਲ ਕਰਦਾ, ਕਿ ਉੱਥੇ ਜੇ ਕੋਈ ਵੀ ਬੰਦਾ ਹੈ ਨਾ ਕੋਈ ਸਾਨੂੰ ਬੁਲਾਊਗਾ, ਉਹ ਇਹ ਗੱਲ ਕਹਿਣਗੇ ਜੀ ਇਹ ਆਦਿ ਧਰਮੀ ਹੈ। ਭਾਵੇਂ ਉਹਨਾਂ ਦੀ ਕੋਈ ਵੀ ਹੋਵੇ, ਕਿਸੇ ਵੀ ਪਿੰਡ 'ਚ ਚਲ ਜਾਓ, ਉਹ ਤੁਹਾਨੂੰ ਆਦਿ ਧਰਮੀ ਕਹਿ ਕੇ ਬੁਲਾਉਣਗੇ। ਪਰ ਅਫਸੋਸ ਦੀ ਗੱਲ ਹੈ ਕਿ ਬਹੁਤ ਸਾਰੇ ਪਹਿਲਾਂ ਤੋਂ ਹੀ ਚੱਲਦਾ ਆ ਰਿਹਾ ਕਿ ਸਮਾਜ ਦੇ ਜਿਹੜੇ ਪੈਰੋਕਾਰ ਹੈ, ਜਿਹੜੇ ਹਮੇਸ਼ਾ ਦੁਨੀਆ ਦੇ ਵਿੱਚ ਝਗੜੇ ਕਰਾਉਣੇ ਚਾਹੁੰਦੇ ਆ। ਮੈਂ ਪਾਰਟੀਕਲ ਕਿਸੇ ਦਾ ਨਾਂ ਨਹੀਂ ਲੈਣਾ। ਇੰਡੀਆ ਦੇ ਵਿੱਚ ਬਹੁਤ ਸਾਰੀਆਂ ਇੱਦਾਂ ਦੀਆਂ ਧਾਰਾਵਾਂ ਚੱਲ ਰਹੀਆਂ ਜਿਹੜੀਆਂ ਲੋਕਾਂ ਨੂੰ ਕਹਿਣ ਦਾ ਰੌਲਾ ਪਾ ਕੇ ਗੁੰਮਰਾਹ ਕਰ ਰਹੀਆਂ। ਬਹੁਤ ਸਾਰੇ ਗਲਤ ਰਸਤਿਆਂ ਦੇ ਵਿੱਚ ਵੀ ਲੋਕ ਚਲੇ ਗਏ। ਮੈਂ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ, ਆਓ ਆਪਾਂ ਸਾਰੇ ਜਣੇ ਰਲ ਕੇ, ਬਾਊ ਮੰਗੂ ਰਾਮ ਅਤੇ ਉਹਨਾਂ ਦੇ ਸਾਥੀਆਂ ਨੇ, ਜਿਨ੍ਹਾਂ ਨੇ ਉਸ ਵੇਲੇ ਆਪਣੀਆਂ ਕਹਿਣ ਦਾ ਕੁਰਬਾਨੀਆਂ ਦੇ ਨਾਲ ਸਾਨੂੰ ਇੱਕ ਪਲੇਟਫਾਰਮ 'ਤੇ ਲਿਆ ਕੇ ਖੜ੍ਹਾ ਕੀਤਾ ਸੀ ਆ ਧਰਮ ਦੇ ਝੰਡੇ ਦੇ ਥੱਲੇ। ਸਾਨੂੰ ਉੱਥੇ ਮੁੜ ਕੇ ਉੱਥੇ ਸਾਰਿਆਂ ਨੂੰ ਵਿਚਾਰ ਕਰਨ ਦੀ ਲੋੜ ਹੈ ਕਿ ਮੈਂ ਬੇਨਤੀ ਕਰੂੰ ਸਾਰਿਆਂ ਨੂੰ ਕਿ ਤੁਸੀਂ ਜੇ ਆਦਿ ਧਰਮ ਲਿਖੋਗੇ, ਤੁਹਾਡਾ ਕਹਿਣ ਦਾ ਮਤਲਬ ਫਿਰ ਕਿਤੇ ਨਾ ਕਿਤੇ ਨਾ ਰਹੂਗਾ। ਜੇ ਤੁਸੀਂ ਬਾਕੀ ਜੋ ਮਰਜ਼ੀ ਲਿਖ ਲਓ, ਕਹਿਣ ਦਾ ਮਤਲਬ ਤੁਹਾਨੂੰ ਕਿਸੇ ਨੇ ਕਹਿਣ ਦਾ ਮਤਲਬ ਤੁਹਾਡੀ ਕਿਤੇ ਸੁਣਵਾਈ ਨਹੀਂ ਹੋਣੀ। ਇੱਕ ਇਹਦੀ ਮੈਂ ਐਗਜ਼ਾਮਪਲ ਦਿੰਦਾ, ਕਿਉਂਕਿ ਇੱਥੇ ਇੰਗਲੈਂਡ ਦੇ ਵਿੱਚ ਲੋਕਾਂ ਨੇ ਵੱਖ-ਵੱਖ ਪ੍ਰੋਪੇਗੈਂਡਾ ਗਲਤ ਸ਼ੁਰੂ ਕੀਤਾ ਹੈ ਜੀ, ਆਹ ਲਿਖਵਾਓ ਬਿਲਕੁਲ। ਮੈਂ ਇੰਡੀਆ ਦੇ ਵਿੱਚ ਗਿਆ ਅਤੇ ਮੈਂ ਸਪੈਸ਼ਲੀ, ਇਹ 2 ਸਾਲ ਪਹਿਲਾਂ ਦੀ ਗੱਲ ਹੈ, ਅਤੇ ਮੈਂ ਕਿਹਾ ਜੀ ਮੈਨੂੰ ਸਰਟੀਫਿਕੇਟ ਚਾਹੀਦਾ ਆਪਣੇ ਫਸਟ ਸੈਕਿੰਡ ਕਲਾਸ ਮੈਜਿਸਟਰੇਟ, ਜਿਹਨੂੰ ਤਹਿਸੀਲਦਾਰ ਕਹਿੰਦੇ ਆ, ਉੱਥੇ ਫਲੋਰ। ਮੈਂ ਉਹਨਾਂ ਦੇ ਕੋਲ ਗਿਆ ਅਤੇ ਉੱਥੇ ਮੈਂ ਆਦਿ ਧਰਮ ਦੇ ਥਾਂ ਹੋਰ ਕੁਛ ਲਿਖਤਾ। ਮੈਂ ਕਿਹਾ ਵੀ ਮੈਂ ਨਹੀਂ ਲਿਖਣਾ। ਇਹ ਇੱਕ ਐਗਜ਼ਾਮਪਲ ਜਾਣੀ ਮੈਂ ਟਰਾਈ ਕੀਤਾ ਸੀ। ਉਹ ਜਿਹੜਾ ਉੱਥੇ ਕਲਰਕ ਬੈਠਾ ਜੀ, ਉਹ ਕਹਿੰਦਾ ਜੀ ਤੁਹਾਡੀ ਐਪਲੀਕੇਸ਼ਨ ਨਹੀਂ ਥਰੂ ਹੋਣੀ ਵੀ ਤੁਸੀਂ, ਉਹਨੇ ਮੈਨੂੰ 36 ਜਿਹੜੀ ਕੈਟੇਗਰੀ ਸੀ ਨਾ ਉਹ ਲਿਆ ਕੇ ਫਾਰਮ ਮੇਰੇ ਮੂਹਰੇ ਰੱਖਤਾ। ਕਹਿੰਦਾ ਇਹਨਾਂ 'ਚੋਂ ਜਿਹੜਾ ਤੁਹਾਡਾ ਕੈਟੇਗਰੀ ਉਹ ਲਿਖ ਦਿਓ। ਜਦ ਮੈਂ ਆਦਿ ਧਰਮ ਲਿਖਿਆ, ਅੱਧੇ ਘੰਟੇ ਬਾਅਦ ਉਹਨੇ ਮੈਨੂੰ ਸਰਟੀਫਿਕੇਟ ਇਸ਼ੂ ਕਰਤਾ। ਠੀਕ ਹੈ, ਉਹਦੇ ਉੱਤੇ ਉਹਨੇ ਕਹਿਣ ਦਾ ਮਤਲਬ ਹੈ ਇਹ ਅਨਫੋਰਚੂਨੇਟ ਇਹ ਹੋਇਆ,
ਇੰਡੀਆ ਦੇ ਸੰਵਿਧਾਨ ਦੇ ਵਿੱਚ ਇਹਨੂੰ ਜਾਤ ਦੇ ਤੌਰ ਤੇ ਲਿਖਿਆ ਗਿਆ। ਇਹ ਮੇਰੇ ਸਮਝ ਨਹੀਂ ਆਈ ਅੱਜ ਤੱਕ ਵੀ ਇੱਦਾਂ ਕਿਉਂ ਹੋਇਆ, ਲੇਕਿਨ ਫਿਰ ਵੀ ਹੁਣ ਜ਼ਮਾਨੇ ਬਦਲ ਰਹੇ ਆ, ਸਾਡੇ ਜ਼ਮਾਨੇ ਆ ਰਹੇ ਆ। ਜਿੱਦਾਂ ਰਤਨ ਰੀਲ ਕਹਿੰਦਾ ਵੀ ਆਦਿ ਧਰਮੀਓ ਤਿਆਰ ਹੋ ਜਾਓ, ਤੁਹਾਡੇ ਵੀ ਸਮੇਂ ਆ ਰਹੇ ਆ। ਮੇਰਾ ਖਿਆਲ ਹੈ ਸਾਡੇ ਸਮੇਂ ਪਿਛਲੇ ਤਕਰੀਬਨ ਕਈ ਸਾਲਾਂ ਤੋਂ ਮੈਂ ਭਾਰਤ ਜਾਂਦਾ ਰਹਿੰਦਾ, ਇੰਨਾ ਪ੍ਰਚਾਰ ਜਿਹੜਾ ਅੱਗੇ ਲੁਕਿਆ ਪਿਆ ਸੀ ਉਹ ਮੁੜ ਕੇ ਫੇਰ ਕਹਿਣ ਦਾ ਮਤਲਬ ਉਜਾਗਰ ਹੋ ਗਿਆ। ਅਤੇ ਬੜੇ ਮਾਣ ਵਾਲੀ ਗੱਲ ਹੈ ਕਿ ਜਿੱਥੇ ਵੀ ਮੈਂ ਗਿਆ ਆਹ ਧਰਮ ਦੇ ਜਾਏ ਹੋਈ ਆ। ਔਰ ਇਹੀ ਇੱਕ ਮੇਰਾ ਅੱਜ ਸਾਰੇ ਭੈਣਾਂ ਭਰਾਵਾਂ ਨੂੰ ਜਿੱਥੇ ਜਿੱਥੇ ਇਹ ਆਵਾਜ਼ ਜਾਊਗੀ ਉਹਨਾਂ ਨੂੰ ਇਹ ਮੇਰੀ ਬੇਨਤੀ ਹੈ ਕਿ ਆਓ ਆਪਣੇ ਜਿਹੜੇ ਉਹਨਾਂ ਬਜ਼ੁਰਗਾਂ ਨੇ ਜਿਨ੍ਹਾਂ ਨੂੰ ਸਾਨੂੰ ਜੀਣ ਦਾ ਇਹ ਸਲੀਕਾ ਦਿੱਤਾ, ਜਿਹਦਾ ਮੈਂ ਇੱਕ ਮਿਸਾਲ ਬੈਠਾ, ਮੈਨੂੰ ਆਦਿ ਧਰਮ ਕਰਕੇ ਸਭ ਕੁਝ ਮਿਲਿਆ ਔਰ ਮੇਰੇ ਬੱਚਿਆਂ ਨੂੰ ਵੀ। ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਾਂ ਕਿ ਇਸ ਜੋ 21 ਤਰੀਕ ਤੋਂ ਪਹਿਲਾਂ ਜਨਗਣਨਾ ਆਪਣੇ ਸੈਂਸਸ ਹੋ ਰਹੀ ਆ, ਜਨਗਣਨਾ ਹੋ ਰਹੀ ਆ, ਉਹਦੇ ਵਿੱਚ ਆਪਾਂ ਸਾਰੇ ਜਣੇ ਧਰਮ ਦੇ ਖਾਨੇ ਦੇ ਵਿੱਚ ਆਦਿ ਧਰਮੀ ਲਿਖੀਏ। ਜੋ ਸਾਡੀ ਐਥਨੀਸਿਟੀ ਆ ਉਹਦੇ ਧਰਮ ਦੇ ਖਾਨੇ 'ਚ ਆਦਿ ਧਰਮ ਲਿਖੀਏ, ਜੋ ਐਥਨੀਸਿਟੀ ਉਹਦੇ 'ਚ ਆਦਿ ਧਰਮੀ ਲਿਖੀਏ, ਅਤੇ ਬੋਲੀ ਆਪਾਂ ਪੰਜਾਬੀ ਲਿਖਾਂਗੇ। ਇਹ ਮੇਰਾ ਇੱਕ ਸਾਰਿਆਂ ਨੂੰ ਬੇਨਤੀ ਆ, ਕਿਉਂਕਿ ਇੱਥੇ ਇੰਗਲੈਂਡ ਦੇ ਵਿੱਚ ਆਪਾਂ ਸਾਰੇ ਜਾਣਦੇ ਆ ਜਿਹੜੀ ਜਨਗਣਨਾ ਹੁੰਦੀ ਆ ਜਾਂ ਸੈਂਸਸ ਹੁੰਦੀ ਆ, ਉਹਦੇ ਆਧਾਰ 'ਤੇ ਹੀ ਸਾਰੇ ਰਾਈਟਸ ਲੋਕਾਂ ਨੂੰ ਮਿਲਦੇ ਆ। ਅਸੀਂ ਚਾਹੁੰਦੇ ਆ ਇਸ ਵੇਲੇ ਤਕਰੀਬਨ 2.5 ਲੱਖ ਲੋਕ ਇਸ ਸਮਾਜ ਦੇ ਇਸ ਇੰਗਲੈਂਡ ਦੇ ਵਿੱਚ ਰਹਿ ਰਹੇ ਆ, ਅਤੇ ਉਹ ਸਾਰੇ ਇਹਨੂੰ ਇਹ ਬੇਨਤੀ ਆ ਔਰ ਉਹਨਾਂ ਦੀ ਡਿਊਟੀ ਵੀ ਬਣਦੀ ਆ ਆਪਣੇ ਬਜ਼ੁਰਗਾਂ ਪ੍ਰਤੀ, ਆਪਣੇ ਪੂਰਵਜਾਂ ਪ੍ਰਤੀ ਵੀ ਆਪਾਂ ਸਾਰੇ ਆਦਿ ਧਰਮ ਲਿਖੀਏ। ਕਿਉਂਕਿ ਆਪਾਂ ਨੇ ਇੰਡੀਆ ਦੇ ਵਿੱਚ ਅੱਜ ਤੱਕ ਜੋ ਮੈਜੋਰਟੀ ਦੇ ਵਿੱਚ ਉਹ ਸਾਰਿਆਂ ਨੇ ਆਦਿ ਧਰਮ ਲਿਖਿਆ ਔਰ ਅਗਰ ਜਿਹੜੀ ਸੈਂਸਸ ਹੋਊਗੀ ਉਹਦੇ 'ਚ ਵੀ ਇਹੀ ਲਿਖਿਆ ਜਾਊਗਾ। ਅਤੇ ਅਸੀਂ ਵੀ ਚਾਹੁੰਦੇ ਹਾਂ ਕਿ ਆਪਾਂ ਵੀ ਉਹਨਾਂ ਦੇ ਨਾਲ ਰਲੀਏ। ਅਤੇ ਇਸੇ ਇਹ ਮੇਰੀ ਆਖਰ ਵਿੱਚ ਫੇਰ ਅਪੀਲ ਹੈ ਕਿ ਧਰਮ ਦੇ ਖਾਨੇ ਦੇ ਵਿੱਚ ਆਦਿ ਧਰਮ, ਐਥਨੀਸਿਟੀ ਦੇ ਵਿੱਚ ਆਦਿ ਧਰਮੀ, ਅਤੇ ਬੋਲੀ ਆਪਣੀ ਪੰਜਾਬੀ ਲਿਖੋ। ਥੈਂਕ ਯੂ। ਮਾਨਯੋਗ ਭੈਣੋ ਅਤੇ ਭਰਾਵੋ, ਹੁਣੀ ਆਪਾਂ ਸੁਣਿਆ ਕਿਸ ਤਰ੍ਹਾਂ ਸ਼੍ਰੀਮਾਨ ਹਰੀਪਾਲ ਰੰਧਾਵਾ ਜੀ ਨੇ ਜੋ 1931 ਦੀ ਮਰਦਮਸ਼ੁਮਾਰੀ ਬਾਰੇ, ਜਿਸ ਵਿੱਚ ਸਾਡੇ ਸਮਾਜ ਨੇ, ਸਾਡੀ ਕੌਮ ਨੇ ਆਪਣੇ ਆਪ ਨੂੰ ਡਿਕਲੇਅਰ ਕੀਤਾ ਕਿ ਅਸੀਂ ਭਾਰਤ ਦੇ ਮੂਲ ਨਿਵਾਸੀ ਹੋਣ ਦੇ ਨਾਤੇ, ਅਸੀਂ ਭਾਰਤ ਦੇ ਆਦੀਵਾਸੀ ਹੋਣ ਦੇ ਨਾਤੇ ਸਾਡਾ ਧਰਮ ਆਦਿ ਧਰਮ ਹੈ, ਅਤੇ ਕਿਸ ਤਰ੍ਹਾਂ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦੇ ਕੇ ਆਪਾਂ ਨੂੰ ਇਹ ਧਰਮ ਦੀ ਦਾਤ ਬਖਸ਼ੀ। ਆਓ ਹੁਣ ਆਪਾਂ ਉਸ ਤੋਂ ਅੱਗੇ ਜੁੜਦੇ ਹਾਂ। ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਬਰਮਿੰਘਮ ਤੋਂ ਸਾਡੇ ਸੋਹਣ ਸਿੰਘ ਭਰਬੱਗਾ ਜੀ, ਜਿਨ੍ਹਾਂ ਕੋਲ ਬਹੁਤ ਨੌਲੇਜ ਹੈ, ਵੈਲ ਐਜੂਕੇਟਡ ਨੇ। ਉਹ ਹੁਣ ਆਪਾਂ ਨੂੰ ਆਦਿ ਧਰਮ ਦੇ ਬਾਰੇ ਹੋਰ ਚਾਨਣਾ ਪਾਉਣਗੇ। ਬਹੁਤ ਥੈਂਕ ਯੂ ਤੁਹਾਡਾ ਮਹੇਸ਼ ਸਾਹਿਬ, ਅਤੇ ਮੇਰੇ ਵੱਲੋਂ ਵੱਡਿਆਂ ਨੂੰ ਸਤਿਕਾਰ, ਛੋਟਿਆਂ ਨੂੰ ਪਿਆਰ ਅਤੇ ਆਦਾਬ। ਜਿੰਨੇ ਵੀ ਤੁਸੀਂ ਇਹ ਫਿਲਮ ਦੇਖ ਰਹੇ ਆ, ਅੱਜ ਦਾ ਸਾਡਾ ਮਕਸਦ ਜਿਹੜਾ ਹੈਗਾ ਜਿਹੜੀ ਜਨਗਣਨਾ ਜਿਹਨੂੰ ਅਸੀਂ ਕਹਿੰਦੇ ਆ ਸੈਂਸਸ, ਉਹਦੇ ਬਾਰੇ ਇਹ ਹੈ। ਅਤੇ ਵੈਸੇ ਤਾਂ ਰੰਧਾਵਾ ਜੀ ਨੇ ਕਾਫੀ ਕੁਝ ਦੱਸ ਦਿੱਤਾ, ਫਿਰ ਵੀ ਜਿੰਨਾ ਥੋੜ੍ਹਾ ਬਹੁਤ ਮਹੇਸ਼ ਸਾਹਿਬ ਮੈਂ ਤੁਹਾਨੂੰ ਦੱਸਦਾ ਜੀ। ਇਹ ਜਿਹੜਾ ਆ ਧਰਮ ਆ, ਅਸੀਂ ਅੱਜ ਆ ਧਰਮ ਬਾਰੇ ਬੋਲਣਾ, ਉਹਦਾ ਹੀ ਅਸੀਂ ਵਕਾਲਤ ਕਰ ਰਹੇ ਹਾਂ ਜੀ। ਸੋ ਇਹ ਆ ਧਰਮ ਇਹ ਐਵੇਂ ਨਹੀਂ ਬਣ ਗਿਆ। ਇਹ ਆਦੀ ਜਿਹੜੇ ਸਾਡੇ ਲੋਕ ਨਾ, ਆਦੀ ਅਸੀਂ ਲੋਕ ਹਾਂ, ਉਸ ਦੇ ਅਸਲੀ ਵਸਿੰਦੇ, ਇਹ ਉਹਨਾਂ ਦਾ ਧਰਮ ਆ। ਇਸ ਧਰਮ ਨੂੰ ਬਣਾਉਣ ਦੇ ਲਈ ਬਹੁਤ ਕੁਰਬਾਨੀਆਂ ਸਾਡੇ ਬਜ਼ੁਰਗਾਂ ਨੇ ਦਿੱਤੀਆਂ ਅਤੇ ਬਹੁਤ ਸਟਰਗਲ ਕੀਤੀ ਉਹਨਾਂ ਨੇ, ਜਿਨ੍ਹਾਂ ਦੇ ਵਿੱਚ ਮੁੱਖ ਜਿਹੜੇ ਸਾਡੇ ਸੀਗੇ ਬਜ਼ੁਰਗ ਬਾਬੂ ਮੰਗੂ ਰਾਮ ਜੀ ਮੋਗੋਵਾਲੀਆ, ਜਿਨ੍ਹਾਂ ਨੂੰ ਮੈਂ ਲੱਖ ਲੱਖ ਪ੍ਰਣਾਮ ਕਰਦਾ ਹਾਂ। ਸੋ ਇਸ ਜਿਹੜੇ ਧਰਮ ਦੇ ਦੇਖੋ ਸਾਡੇ ਬਾਬੂ ਜੀ ਨੇ ਜਦੋਂ ਇਹ ਸਟਰਗਲ ਕਰਕੇ ਬਣਾਇਆ, ਉਹ ਤੋਂ ਪਹਿਲਾਂ ਉਹਨੇ ਆਪਣੇ ਸਾਡੇ ਇੰਡੀਆ ਦੀ ਆਜ਼ਾਦੀ ਦੇ ਲਈ ਅਮਰੀਕਾ ਦੇ ਵਿੱਚ ਕਿੰਨਾ ਸੰਘਰਸ਼ ਕੀਤਾ। ਗਦਰ ਪਾਰਟੀ ਨਾਲ ਰਲੇ, ਫੜੇ ਗਏ, ਮੌਤ ਦੇ ਵਾਰੰਟ ਵੀ ਜਾਰੀ ਹੋਏ, ਫਿਰ ਵੀ ਬਚੇ। ਮੈਂ ਇੱਕ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਜੀ। ਮੇਰੇ ਘਰ ਬਾਬੂ ਜੀ ਆਏ, ਮੈਨੂੰ ਨਹੀਂ ਸੀ ਪਤਾ ਕੌਣ ਆ। ਮੈਨੂੰ ਘਰੋਂ ਚਿੱਠੀ ਆਈ ਮੇਰੇ ਪਿਤਾ ਜੀ ਨੇ ਵੀ ਇਹ ਸਾਡੇ ਬਜ਼ੁਰਗਾਂ ਦੀ ਸੇਵਾ ਕਰਨੀ ਆ ਸਦਕੇ। ਮੈਂ ਸੱਦਿਆ ਉਹਨੂੰ, ਰੋਟੀ ਉਹਨੇ ਮੈਨੂੰ ਆਪ ਨਾ ਆਪਣੀ ਪੈਂਟ ਚੱਕ ਕੇ ਦੱਸਿਆ, ਕਹਿੰਦੇ ਦੇਖ ਕਾਕਾ, ਆ ਸਾਡੇ ਕਿੱਲਾਂ ਠੋਕੀਆਂ ਸੀ ਇੱਥੇ ਚਪੀਨੀਆਂ ਦੇ ਵਿੱਚ ਜੀ, ਉਹਨਾਂ ਨੇ, ਗੋਰਿਆਂ ਨੇ। ਫਿਰ ਵੀ ਨਹੀਂ ਮੇਰੇ ਦਿਮਾਗ 'ਚ, ਮੈਨੂੰ ਹੁਣ ਕੀ ਪਤਾ ਸੀ ਕੌਣ। ਮੈਂ ਕਿਹਾ ਕਿਉਂ ਠੋਕੀਆਂ ਹੋ ਗਈਆਂ, ਇਹ ਵੀ ਨਹੀਂ ਮੈਂ ਪੁੱਛਿਆ। ਅਤੇ ਇਹ ਜਿਹੜਾ ਧਰਮ ਆ ਨਾ, ਆ ਧਰਮ, ਇਹਦਾ ਬੇਸ ਵਾ, ਇਹਦੀ ਨੀਹਾਂ ਬਹੁਤ ਪੱਕੀਆਂ, ਇਹਦੇ 'ਤੇ ਖੜ੍ਹੇ। ਅਤੇ ਦੇਖੋ ਜਦੋਂ 1932 'ਚ ਫਰੈਂਚਾਈਜ਼ ਕਮੇਟੀ ਆਈ ਆ, ਬਾਬੂ ਜੀ ਨੇ ਆਪਣੇ 200 ਬੰਦਿਆਂ ਦਾ ਲਾਲ ਪੱਗਾਂ ਬੰਨ੍ਹ ਕੇ ਜਥਾ ਲੈ ਕੇ ਗਏ
ਆਪਣਾ ਕੇਸ ਰੱਖਿਆ ਤੇ ਬਾਬਾ ਸਾਹਿਬ ਇਹਨਾਂ ਨੂੰ ਪ੍ਰਤੀਨਿਧ ਰਹਿੰਦੇ ਸੀਗੇ, ਉਹ ਗੱਲ ਕਰਦੇ ਸੀ। ਤੇ ਇਹਨਾਂ ਨੇ ਤਾਂ ਇੰਨੀਆਂ ਲਾਠੀਆਂ ਵੀ ਖਾਧੀਆਂ, ਸਭ ਕੁਝ ਕੀਤਾ ਤੇ ਫਿਰ ਇਹ ਜਿਹੜਾ ਇਹ ਧਰਮ ਹੋਣ ਦੇ ਵਿੱਚ ਆਇਆ ਸੀਗਾ। ਤੇ 1927 'ਚ ਤੇ 26-27 ਦੇ ਵਿੱਚ 2 ਕਾਨਫਰੰਸ ਹੋਈਆਂ ਮੋਗੋ ਵਾਲੇ ਇਹਨਾਂ ਦੇ ਪਿੰਡ, ਤੇ ਉੱਥੇ 5000 ਨੁਮਾਇੰਦੇ 30 ਜਾਤਾਂ ਦੇ, ਵੱਖ-ਵੱਖ ਜਾਤਾਂ ਦੇ ਇਕੱਠੇ ਹੋਏ। ਇਹ ਧਰਮ ਇੱਕ ਸਮੂਹ ਸੀਗਾ ਸਾਰਿਆਂ ਦੇ, ਪਰ ਬਦਕਿਸਮਤੀ ਬਾਅਦ 'ਚ ਇੱਕ ਬਿਖਰ ਗਿਆ, ਸਿਰਫ ਚਮਾਰ ਜਾਤੀ ਦਾ ਬਣ ਕੇ ਰਹਿ ਗਿਆ। ਤੇ ਪਰ ਜੋ ਇਸ ਧਰਮ ਨੇ, ਇਸ ਸਟਰਗਲ ਨੇ, ਇਹ ਸਾਡੇ ਬਜ਼ੁਰਗਾਂ ਨੇ ਕੀਤਾ, ਉਹਦਾ ਜਿਹੜਾ ਫਲ ਮਿਲਿਆ ਉਹ ਹਰ ਇੱਕ ਨੇ ਖਾਧਾ। ਤੇ ਇਹ ਮੈਂ ਤਾਂ ਆਪ ਕਹਿੰਦਾ ਆਪਣੇ ਬਲੇਮ ਕਰਦਾ, ਸਾਡੇ ਕੋਲੋਂ ਸੰਭਾਲਿਆ ਨਹੀਂ ਗਿਆ। ਐਡੀ ਬੜੀ ਚੀਜ਼ ਆ। ਹੁਣ ਹੋਰ ਵੀ ਤੁਸੀਂ ਧਰਮ ਦੇਖਦੇ ਆ, ਖੁੰਬਾਂ ਵਾਂਗੂ ਉਗ ਰਹੇ ਆ, ਹੈ ਜੀ। ਇਹ ਧਰਮ ਐਵੇਂ ਤਾਂ ਨਹੀਂ ਬਣ ਜਾਂਦੇ। ਸੋ ਇਹ ਸਾਡੇ ਬਜ਼ੁਰਗਾਂ ਦਾ, ਮੈਂ ਤਾਂ ਉਹਨਾਂ ਨੂੰ, ਮੇਰੇ ਕੋਲ ਸ਼ਬਦ ਹੀ ਨਹੀਂ ਕਿ ਮੈਂ ਉਹਨਾਂ ਨੂੰ ਕਹਿ ਸਕਾਂ। ਤੇ ਉਹਨਾਂ ਨੇ ਉਸ ਵੇਲੇ ਕਹਿ ਦਿੱਤਾ ਸੀ 1927 ਦੇ ਵਿੱਚ ਹੀ ਵੀ ਸਾਡਾ ਜਿਹੜਾ ਸ਼ੁਭ ਕਾਮਨਾ ਸੰਦੇਸ਼ ਜੈ ਗੁਰਦੇਵ ਹੋਵੇਗਾ, ਸਾਡਾ ਜਿਹੜਾ ਨਿਸ਼ਾਨ ਆ ਪਵਿੱਤਰ ਸ਼ਬਦ ਸੋਹੰਗ ਹੋਏਗਾ, ਤੇ ਸਾਡੇ ਰਹਿਬਰ ਸਤਿਗੁਰੂ ਕਬੀਰ ਜੀ, ਸਤਿਗੁਰੂ ਰਵਿਦਾਸ ਜੀ, ਸਤਿਗੁਰੂ ਨਾਮਦੇਵ ਜੀ, ਸਤਿਗੁਰੂ ਸੈਣ ਜੀ। ਇਹ ਉਹਨਾਂ ਨੇ ਉਸ ਵੇਲੇ ਜਿਹੜੀ ਗੋਰਿਆਂ ਦੀ ਕਾਨਫਰੰਸ ਹੋਈ ਸੀ ਉਹਦੇ ਵਿੱਚ ਉਹਨਾਂ ਨੇ ਮੈਂਸ਼ਨ ਕੀਤਾ ਸੀ। ਹੁਣ ਜੇ ਮੈਂ ਆਪਣੇ ਪਰਸਨਲ ਲਾਈਫ ਰੱਖਾਂ, ਮੈਂ ਇੰਡੀਆ 'ਚ MA ਕੀਤੀ, ਨੌਕਰੀ ਵੀ ਕੀਤੀ। ਪਹਿਲਾਂ ਮੈਂ ਧਰਮ ਸਰਟੀਫਿਕੇਟ ਬਣਾਇਆ। ਉਸ ਧਰਮ ਨੇ ਮੇਰੇ ਕੋਲ ਅਜੇ ਵੀ ਸਰਟੀਫਿਕੇਟ ਪਿਆ, ਤੇ ਉਹਦੇ ਮੈਨੂੰ ਇੰਨਾ ਮੇਰੀ ਜ਼ਿੰਦਗੀ ਬਣਾਤੀ ਆ। ਤੇ ਮੈਂ ਕਿਰਤਗਾਰ ਨਹੀਂ ਬਣਨਾ ਚਾਹੁੰਦਾ। ਸੋ ਮੇਰੇ ਭੈਣੋ ਭਰਾਵੋ, ਤੁਸੀਂ ਵੀ ਦੇਖੋ, ਸੋਚੋ, ਇਹ ਜਿੰਨੇ ਵੀ ਗਾਹਾਂ ਖੁੰਬਾਂ ਵਾਂਗੂ ਉਗ ਰਹੇ ਨਾ ਧਰਮ, ਇਹ ਸਾਡੇ 'ਚ ਵੰਡੀਆਂ ਪਾ ਰਹੇ ਆ। ਸਾਡਾ ਅਸਲੀ ਧਰਮ, ਸਾਡੀ ਜਾਤ ਜਾਂ ਰੱਖ ਲਓ ਕੁਛ ਵੀ, ਇਹ ਧਰਮ ਹੈ। ਤੁਸੀਂ ਇਹ ਜਿਹੜੀ ਫੋਰਮ ਆ ਉਹਦੇ ਉੱਤੇ ਆਪਣੀ ਜਿਹੜੀ ਐਥਨੀਸਿਟੀ 'ਤੇ ਵੀ ਧਰਮ, ਤੇ ਧਰਮ ਦੇ ਵਿੱਚ ਵੀ ਧਰਮ ਲਿਖਾਉਣਾ ਹੈ। ਤੇ ਇੱਕ ਮੈਂ ਹੋਰ ਲਾਸਟ ਦੇ ਵਿੱਚ ਹੋਰ ਕਹਿ ਦਿੰਦਾ ਜੀ, ਜਦੋਂ ਬਾਬੂ ਜੀ ਨੇ ਇੰਨਾ ਵੱਡਾ ਸੰਘਰਸ਼ ਸੀਗਾ, ਉਹਨਾਂ ਨੇ ਐਵੇਂ ਨਹੀਂ, ਉਹਨਾਂ ਕੀ ਸਾਨੂੰ ਮਿਲਿਆ, ਕੀ ਉਹਨਾਂ ਨੇ ਮੱਲਾਂ ਕੀ ਮਾਰੀਆਂ। ਪਹਿਲਾਂ ਤਾਂ ਉਸ ਵੇਲੇ ਬੰਗਾਰ ਸੀਗੀ, ਬੰਗਾਰ ਬੰਦ ਕਰਾਈ। ਤੇ ਦੂਜੇ ਸੀਗੇ ਫਿਰ ਮਜ਼ਦੂਰੀ, ਉਸ ਵੇਲੇ 2 ਆਨੇ ਸੀ, ਬੜੀ ਕੀਮਤ ਸੀਗੀ। 2 ਆਨੇ ਤੇ 1.5 ਰੁਪਇਆ ਬਾਬੂ ਜੀ ਨੇ ਮਜ਼ਦੂਰੀ ਕਰਾਈ ਸੀ ਇੱਥੇ ਪੰਜਾਬ ਦੇ ਵਿੱਚ। ਤੇ ਫਿਰ 50ਵੇਂ 60ਵਿਆਂ ਦੇ ਵਿੱਚ ਕਿੰਨੇ ਸਾਡੇ ਪੂਰੇ ਦੇਸ਼ ਵਿੱਚ 30 ਲੱਖ ਸਾਡੇ ਬੰਦਿਆਂ ਨੂੰ, ਗਰੀਬਾਂ ਨੂੰ ਨੌਕਰੀਆਂ ਮਿਲੀਆਂ। ਸੋ ਅਣਗਿਣਤ ਹਨ, ਇੰਨਾ ਟਾਈਮ ਹੈ ਨਹੀਂ ਮੇਰ ਸਾਹਿਬ, ਜਿੰਨਾ ਕੁਛ ਨਹੀਂ ਸਾਡੇ ਲਈ ਕੀਤਾ। ਇਹ ਧਰਮ ਜਿਹੜਾ ਨਾ, ਇਹ ਜਿਹੜਾ ਆ, ਇਹ 'ਤੇ ਜਿੰਨੇ ਮਰਜ਼ੀ ਹੋਰ ਖੜੇ ਕਰ ਲਓ। ਅਸੀਂ ਸਾਡੇ ਗ੍ਰੰਥ ਕਈ ਬਣਾਤੇ, 8 ਗ੍ਰੰਥ ਲਿਖੇ ਚੁੱਕੇ ਜਾ ਚੁੱਕੇ, ਤੁਹਾਨੂੰ ਪਤਾ ਸਾਡੀ ਕਮਿਊਨਿਟੀ ਦੇ ਅੱਜ ਤਾਈਂ ਜੀ। ਸੋ ਮੰਨੋ ਕਿ ਪਰ ਆਪਣੀਆਂ ਜੜ੍ਹਾਂ ਨਾ ਛੱਡੋ। ਸਾਡੀ ਜੜ੍ਹ ਜਿਹੜੀ ਆ ਉਹ ਇਹ ਹੀ ਆ ਧਰਮ। ਪਰ ਬੱਗਾ ਜੀ, ਤੁਸੀਂ ਗ੍ਰੰਥਾਂ ਦੀ ਗੱਲ ਕੀਤੀ, 7 ਮੇਰੇ ਕੋਲ ਪਏ ਆ। ਅੱਛਾ, ਕੋਲ ਵੈਰੀ ਗੁੱਡ। 7 ਗ੍ਰੰਥ ਪਏ ਆ। 8 ਹੋਏ ਆ ਵੀ ਸੋ ਫਾਰ। 8 ਹੋਏ ਆ। ਮੈਂ ਕਿ 8 ਉਹਨਾਂ ਵਿੱਚੋਂ 7 ਮੇਰੇ ਕੋਲ ਆ। ਵੈਰੀ ਗੁੱਡ, ਵੈਰੀ। ਔਰ ਦੂਜੀ ਗੱਲ ਵੀ ਤੁਸੀਂ ਗੱਲ ਕੀਤੀ ਸੀ ਵੀ ਤੁਹਾਨੂੰ ਸਰਟੀਫਿਕੇਟ ਲੈਣਾ ਪਿਆ। ਉਹ ਕਾਹਤੇ ਲੈਣਾ ਪਿਆ ਸੀ? ਉਹਦਾ ਕੀ ਫਾਇਦਾ ਹੋਇਆ? ਧਰਮ ਦਾ ਜਿਸ ਵੇਲੇ ਸਰਟੀਫਿਕੇਟ ਲਿਆ, ਵੀ ਉਹਦਾ ਕੀ ਫਾਇਦਾ ਹੋਇਆ ਤੁਹਾਨੂੰ ਲੈ ਇਹਦਾ? ਜ਼ਿੰਦਗੀ ਉਹਨੇ ਬਣੀ ਜੀ, ਮੈਨੂੰ ਨੌਕਰੀਆਂ ਮਿਲੀਆਂ, ਵਜ਼ੀਫੇ ਮੈਨੂੰ ਉਹ 'ਤੇ ਮਿਲੇ। ਆਹ ਗੱਲ ਸੁਣੀ, ਉਹਦੇ ਕਰਕੇ ਵਜ਼ੀਫੇ ਮਿਲੇ ਨਾ, ਧਰਮ ਕਰਕੇ। ਤਾਂ ਫਿਰ ਅਸੀਂ ਕਿਉਂ ਆਪਾਂ ਹੁਣ ਨਹੀਂ ਲਿਖਾ ਸਕਦੇ? ਜੇ ਆਪਾਂ ਨਹੀਂ ਲਿਖਾਵਾਂਗੇ ਤਾਂ ਸਾਨੂੰ ਇਹਦੇ ਵਿੱਚ ਸਾਡੇ ਸਮਾਜ ਨੂੰ ਕਿੰਨਾ ਘਾਟਾ ਪਏਗਾ। ਕਿਉਂਕਿ ਅੱਜ ਵੀ ਜੇਕਰ ਭਾਰਤ ਦੇ ਵਿੱਚ ਕਿਸੇ ਵੀ ਤੁਸੀਂ ਆਫਿਸ ਵਿੱਚ ਜਾਂਦੇ ਆ, ਤੁਹਾਨੂੰ ਕੋਈ ਚੀਜ਼ ਚਾਹੀਦੀ ਆ ਤਾਂ ਤੁਹਾਨੂੰ ਉੱਥੇ ਧਰਮ ਹੀ ਲਗਾਉਣਾ ਪੈਂਦਾ। ਬਿਲਕੁਲ ਬਿਲਕੁਲ। ਤੋ ਇਸ ਕਰਕੇ ਕੋਈ ਨਹੀਂ ਕਹਿ ਰਹੀ ਹੋ ਤੁਸੀਂ ਹੋਰ? ਹਾਂ, ਸੋ ਬਸ ਮੈਂ ਹੋਰ ਜ਼ਿਆਦਾ ਤਾਂ ਨਹੀਂ ਕਹਿਣਾ ਚਾਹੁੰਦਾ। ਮੈਂ ਤਾਂ ਇਹ ਬੇਨਤੀ ਕਰਦਾ ਆਪਣੇ ਸਮਾਜ ਨੂੰ ਸਾਰੇ ਨੂੰ, ਵੀ ਤੁਸੀਂ ਜ਼ਰੂਰ, ਕੋਈ ਨਹੀਂ, ਬੈਟਰ ਲੇਟ ਦੈਨ ਨੈਵਰ ਜੀ, ਅਜੇ ਵੀ ਸ਼ੁਰੂ ਕਰੋ। ਜਿੰਨੇ ਵੀ ਤੁਸੀਂ ਕਰਾ ਸਕਦੇ ਆ ਆਪਣਾ ਧਰਮ ਲਿਖਾਓ। ਤੇ ਇਹਦਾ ਤੁਸੀਂ ਜਿਹਨੂੰ ਇਤਿਹਾਸ ਨਹੀਂ ਆ, ਇਹ ਇੱਥੇ ਦੀ ਮੈਨੇਜਮੈਂਟ ਕਹਿੰਦੇ ਪਏ ਅਸੀਂ ਕਿਤਾਬਾਂ ਛਪਾ ਰਹੇ ਹਾਂ, ਸਾਰਾ ਇਹ ਦੱਸਣਗੇ ਇੰਗਲਿਸ਼ ਦੇ ਵਿੱਚ ਵੀ। ਸੋ ਮੇਰੀ ਤਾਂ ਇਹੀ ਬੇਨਤੀ ਹੈ ਮਹੇਸ਼ ਸਾਹਿਬ। ਧੰਨਵਾਦ ਤੁਹਾਡਾ, ਬਹੁਤ ਧੰਨਵਾਦ ਮੈਨੂੰ ਟਾਈਮ ਦਿੱਤਾ। ਧੰਨਵਾਦ ਤੁਹਾਡਾ ਜੀ, ਜਿਹੜਾ ਤੁਸੀਂ ਐਡੀ ਦੂਰ ਚੱਲ ਕੇ ਆਏ ਆ ਔਰ ਬਹੁਤ ਵਧੀਆ ਸੁਨੇਹਾ ਦਿੱਤਾ। ਔਰ ਤੁਸੀਂ ਲੋਕਾਂ ਨੂੰ ਅਪੀਲ ਕੀਤੀ ਆ ਵੀ ਕੀ ਲਿਖਾਉਣਾ, ਇੱਕ ਵਾਰੀ ਦੁਬਾਰਾ ਦੱਸ ਦਿਓ। ਧਰਮ, ਹਾਂਜੀ, ਇਹ ਨਹੀਂ ਭੁੱਲਣਾ ਨਹੀਂ, ਐਥਨੀਸਿਟੀ ਵੀ ਤੇ ਧਰਮ ਵੀ, ਉੱਥੇ ਧਰਮ ਲਿਖਣਾ ਤੁਸੀਂ। ਠੀਕ, ਹਾਂਜੀ, ਥੈਂਕ ਯੂ। ਹਾਂਜੀ, ਆਪਾਂ ਨੂੰ ਬਹੁਤ ਹੀ ਸੁੰਦਰ ਵਿਚਾਰ ਦੇ ਕੇ ਗਏ ਸੋਹਣ ਸਿੰਘ ਪ੍ਰਬੱਗਾ ਜੀ। ਦੇਖੋ ਕਿਸ ਤਰ੍ਹਾਂ ਉਹਨਾਂ ਨੇ ਦੱਸਿਆ ਧਰਮ ਦੀ ਹਿਸਟਰੀ ਔਰ ਧਰਮ ਦੇ ਕੀ ਫਾਇਦੇ ਹੋਏ, ਧਰਮ ਨੇ ਸਾਡੇ ਸਮਾਜ ਨੂੰ ਕੀ ਦੇਣ ਦਿੱਤੀ, ਅਤੇ ਧਰਮ ਦਾ ਜਿਸ ਵੇਲੇ ਉਹਨੇ ਸਰਟੀਫਿਕੇਟ ਬਣਾਉਣਾ ਸੀ, ਉਹ ਸਰਟੀਫਿਕੇਟ ਲੈ ਕੇ ਕਿਸ ਤਰ੍ਹਾਂ ਨੂੰ ਵਜ਼ੀਫੇ ਲਏ ਔਰ MA ਤੋਂ ਤੱਕ ਉਹਨਾਂ ਨੇ ਪੜ੍ਹਾਈ ਕੀਤੀ। ਇਹ ਧਰਮ ਦੀ ਹੀ ਦੇਣ ਹੈ
ਕਿਉਂਕਿ ਪਹਿਲਾਂ ਤਾਂ ਸਾਡੇ ਲਈ ਸਕੂਲਾਂ ਦੇ ਦਰਵਾਜ਼ੇ ਬੰਦ ਸੀ, ਜਾ ਹੀ ਨਹੀਂ ਸਕਦੇ। ਇਹ ਸ਼੍ਰੀਮਾਨ ਬਾਬੂ ਮੰਗੂ ਰਾਮ ਜੀ ਦੀ ਦੇਣ ਹੈ, ਉਹਦੇ ਸਾਥੀਆਂ ਦੀ ਦੇਣ ਹੈ, ਔਰ ਉਹਨਾਂ ਦੀ ਦੇਣ ਨੇ ਹੀ ਇਹ ਸਾਨੂੰ ਸਾਰਿਆਂ ਨੂੰ ਇੱਥੇ ਤੱਕ ਪਹੁੰਚਾ ਲਓ। ਅੱਗੇ ਆਪਾਂ ਹੁਣ ਚੱਲਦੇ, ਸਾਡੇ ਪਾਸ ਆ ਚੁੱਕੇ ਨੇ ਸ਼੍ਰੀਮਾਨ ਦਿਲਬਾਗ ਰਾਏ ਬੰਗੇ ਜੀ। ਉਹ ਹੁਣ ਇਸ ਤੋਂ ਵੀ ਵੱਧ ਜਾਣਕਾਰੀ ਆਪਾਂ ਨੂੰ ਦੇਣਗੇ ਕਿ ਆਹ ਜੋ ਜਨਗਣਨਾ ਹੈ ਇਹਦੇ ਵਿੱਚ ਕਿਸ ਤਰ੍ਹਾਂ ਆਪਾਂ ਫਾਰਮ ਭਰਨੇ ਆ, ਔਰ ਫਾਰਮਾਂ ਦੇ ਵਿੱਚ ਕੀ ਲਿਖਿਆ ਆ, ਅਤੇ ਕਿਹੜੇ ਨੰਬਰ ਦੇ ਉੱਪਰ ਤੁਸੀਂ ਕਿਹੜਾ ਟਿਕ ਕਰਨਾ ਜਾਂ ਲਿਖਣਾ, ਉਹ ਆਪ ਨੂੰ ਜਾਣਕਾਰੀ ਦੇਣਗੇ ਦਿਲਬਾਗ ਬੰਗਾ ਜੀ। ਜੈ ਗੁਰਦੇਵ ਜੀ। ਸਾਰੇ ਧੰਨ ਗੁਰਦੇਵ ਜੀ। ਸਾਰੇ ਪ੍ਰੋਗਰਾਮ ਦੇਖ ਰਹੇ ਭੈਣੋ ਭਰਾਵੋ, ਤੇ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਸਾਡੇ ਫਾਦਰ ਸਾਹਿਬ ਇੰਡੀਆ ਵਿੱਚ ਡਿਪਟੀ ਸੈਕਟਰੀ ਰਿਟਾਇਰ ਹੋਏ ਸੀ, ਅਤੇ ਜਿਹੜਾ ਉਹਨਾਂ ਦੀ ਜਿੰਨੀ ਵੀ ਪ੍ਰਮੋਸ਼ਨ ਹੁੰਦੀ ਰਹੀ ਹੈਗੀ ਹੈ ਉਹ ਆਪ ਧਰਮ ਕਰਕੇ ਲਿਖਾਣ ਕਰਕੇ ਹੋਈ ਹੈ, ਕਿਉਂਕਿ ਉਸ ਕਰਕੇ ਉਹਨਾਂ ਨੂੰ ਪ੍ਰਮੋਸ਼ਨ ਮਿਲਦੀ ਰਹੀ ਹੈਗੀ ਹੈ, ਅਤੇ ਕਾਫੀ ਸਰਵਿਸ ਕਰਨ ਤੋਂ ਬਾਅਦ ਉਹ ਡਿਪਟੀ ਸੈਕਟਰੀ ਰਿਟਾਇਰ ਹੋਏ ਸੀਗੇ ਜੀ। ਠੀਕ ਹੈ। ਅਤੇ ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜਾ ਆਪਣੇ ਮਰਦਮਸ਼ੁਮਾਰੀ ਦੇ ਫਾਰਮ ਸਾਰਿਆਂ ਨੂੰ ਤਕਰੀਬਨ ਆ ਹੀ ਚੁੱਕੇ ਨੇ। ਜੇ ਕੋਈ ਰਹਿੰਦਾ ਵੀ ਹੈਗਾ ਤਾਂ ਉਹਨੂੰ ਆ ਜਾਣਗੇ ਇੱਕ ਦੋ ਇਹਨਾਂ ਦਿਨਾਂ 'ਚ। ਅਤੇ ਉਹਦੇ ਵਿੱਚ ਜਿਹੜਾ ਕਾਲਮ ਨੰਬਰ 15 ਹੈਗਾ, ਉਸ ਦੇ ਵਿੱਚ ਕਾਲਮ ਹੈਗਾ ਐਥਨੀਸਿਟੀ। ਐਥਨੀਸਿਟੀ ਵਿੱਚ ਤੁਸੀਂ ਐਨੀ ਉਹਦੇ ਵਿੱਚ ਲਿਖਣਾ ਹੈਗਾ ਆਦ ਧਰਮੀ। ਅਤੇ ਉਸ ਦੇ ਬਾਅਦ ਜਿਹੜਾ 16 ਨੰਬਰ ਆਉਂਦਾ ਹੈਗਾ, ਉਸ ਦੇ ਵਿੱਚ ਰਿਲੀਜਨ ਧਰਮ, ਉਹਦਾ ਰਿਲੀਜਨ ਦਾ ਕਾਲਮ ਹੈਗਾ, ਉਹਦੇ ਵਿੱਚ ਐਨੀ ਅਦਰ ਰਿਲੀਜਨ ਵਿੱਚ ਜਾ ਕੇ ਆਪਾਂ ਆਦ ਧਰਮ ਲਿਖਣਾ ਹੈਗਾ, ਉਹਦੇ ਵਿੱਚ ਆਦ ਧਰਮ ਲਿਖਣਾ। ਅਤੇ ਉਸ ਦੇ ਬਾਅਦ ਜਿਹੜਾ ਆਪਣਾ ਰੈਲੇਵੈਂਟ ਕਾਲਮ ਹੈਗਾ, ਕਾਲਮ 18 ਨੰਬਰ ਕੁਐਸਚਨ ਆਉਂਦਾ ਹੈਗਾ, ਉਸ ਦੇ ਵਿੱਚ ਤੁਹਾਡੀ ਲੈਂਗੁਏਜ ਕੀ ਹੈਗੀ ਹੈ। ਲੈਂਗੁਏਜ ਆਪਾਂ ਲਿਖਣਾ ਹੈਗਾ, ਸਾਡੀ ਲੈਂਗੁਏਜ ਪੰਜਾਬੀ ਹੈਗੀ ਆ। ਇਹ ਸਾਰਿਆਂ ਨੂੰ ਮੇਰੀ ਪੁਰਜੋਰ ਅਪੀਲ ਹੈਗੀ ਹੈ ਕਿ ਤੁਸੀਂ ਆਪਣੇ ਆਪ ਨੂੰ ਐਥਨਿਕ ਆਦ ਧਰਮੀ ਲਿਖਾਓ, ਅਤੇ ਆਪਣਾ ਜਿਹੜਾ ਧਰਮ ਹੈ ਆਦ ਧਰਮ ਲਿਖਾਓ, ਅਤੇ ਜਿਹੜੀ ਲੈਂਗੁਏਜ ਸਾਡੀ ਪੰਜਾਬੀ ਹੈਗੀ ਹੈ। ਇਹ ਮੇਰੇ ਸਾਰਿਆਂ ਪੁਰਜੋਰ ਅਪੀਲ ਹੈ ਕਿ ਸਾਰੇ ਇਹ ਲਿਖਾਉਣ। ਹਾਂਜੀ, ਆਪਾਂ ਨੂੰ ਹੁਣੇ ਸ਼੍ਰੀਮਾਨ ਦਿਲਬਾਗ ਰਾਏ ਬੰਗੇ ਜੀ, ਉਹ ਜੋ ਸੈਂਸਸ ਦੇ ਫੋਰਮ, ਜਨਗਣਨਾ ਦੇ ਫੋਰਮ, ਉਹਨਾਂ ਦੇ ਉੱਪਰ ਕਿਹੜੇ ਨੰਬਰ ਦੇ ਉੱਪਰ ਕੀ ਤੁਸੀਂ ਭਰਨਾ ਉਹ ਆਪਾਂ ਨੂੰ ਸਮਝਾ ਕੇ ਗਏ ਆ। ਜਿਸ ਤਰ੍ਹਾਂ 15 ਨੰਬਰ ਜੋ ਆਉਂਦਾ ਉਹਦੇ ਵਿੱਚ ਆਪਣੇ ਆਪ ਨੂੰ ਤੁਸੀਂ ਆਦ ਧਰਮੀ ਲਿਖਣਾ, ਐਥਨਿਕਸ ਦੇ ਤਾਂ, ਅਤੇ ਇਸੇ ਤਰ੍ਹਾਂ ਹੀ ਜੋ 16 ਨੰਬਰ ਹੈ ਉਹਦੇ ਵਿੱਚ ਤੁਸੀਂ ਆਦ ਧਰਮ ਲਿਖਣਾ ਧਰਮ ਦੀ ਜਗ੍ਹਾ 'ਤੇ, ਅਤੇ ਇਸੇ ਤਰ੍ਹਾਂ ਹੀ ਜੋ ਲੈਂਗੁਏਜ ਦਾ ਹੈ ਉਹ 18ਵਾਂ, ਉਹਦੇ ਵਿੱਚ ਤੁਸੀਂ ਪੰਜਾਬੀ ਲਿਖਣਾ। ਸੋ ਇਹ ਆਪਾਂ ਨੂੰ ਬੜੇ ਅੱਛੇ ਢੰਗ ਨਾਲ ਸਮਝਾ ਕੇ ਗਏ। ਅਤੇ ਹੁਣ ਸਾਡੇ ਪਾਸ ਆ ਚੁੱਕੇ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ ਹਰਬੰਸ ਸਿੰਘ ਹੀਰਾ ਜੀ। ਇਹਨਾਂ ਦੀ ਸਮਾਜ ਨੂੰ ਬਹੁਤ ਦੇਣ ਹੈ। ਜੇ ਇਹ ਕਹਿ ਲਈਏ ਕਿ ਐਵਰਗ੍ਰੀਨ ਸਾਡੇ ਪ੍ਰਧਾਨ ਆ ਇਹ। 1973 ਦੇ ਵਿੱਚ ਅਸੀਂ ਇੱਥੇ ਇੱਕ ਆਰਗੇਨਾਈਜੇਸ਼ਨ ਬਣਾਈ ਸੀ, ਆਦ ਧਰਮ ਬ੍ਰਦਰਹੁੱਡ। ਅਸੀਂ ਮੁੱਢਲੇ ਉਹਨਾਂ ਦੇ ਮੈਂਬਰ ਹਾਂ, ਔਰ ਇਹਨਾਂ ਨੇ ਇਹ ਸਾਡੇ ਉਸ ਵਿੱਚ ਪਹਿਲੇ ਪ੍ਰਧਾਨ ਇਹੀ ਚੁਣੇ ਗਏ, ਔਰ ਉਹ ਇਸੇ ਕਰਕੇ ਬਣਾਈ ਸੀ। ਉਸ ਵੇਲੇ ਵੀ ਸਾਡੇ ਸਮਾਜ ਦੇ ਵਿੱਚੋਂ ਬਹੁਤ ਸਾਰੇ ਸਾਡੇ ਨੌਜਵਾਨ ਆਪਣੇ ਸਮਾਜ ਨੂੰ ਛੱਡ ਕੇ ਬਾਹਰਲੇ ਸਮਾਜਾਂ ਦੇ ਵੱਲ ਨੂੰ ਬਹੁਤ ਤੁਰ ਪਏ ਸੀ, ਔਰ ਉਸ ਵੇਲੇ ਫਿਰ ਉਹਨਾਂ ਨੂੰ ਇਹ ਯਾਦ ਦਿਵਾਉਣ ਲਈ ਕਿ ਸਾਡੇ ਬਜ਼ੁਰਗਾਂ ਨੇ 1925 ਤੋਂ ਲੈ ਕੇ 31 ਤੱਕ ਕਿੰਨੀਆਂ ਕੁਰਬਾਨੀਆਂ ਦੇ ਕੇ ਸਾਨੂੰ ਆਦ ਧਰਮ ਜੋ ਹੈ ਉਹ ਦਾਤ ਬਖਸ਼ੀ, ਉਹਦੇ ਬਾਰੇ ਇਹ ਹੋਰ ਵੀ ਹੁਣ ਚਾਨਣਾ ਪਾਉਣਗੇ, ਕਿਉਂਕਿ ਇਹਨਾਂ ਨੇ ਆਪ 1973 ਤੋਂ ਲੈ ਕਰ ਹੁਣ ਤੱਕ ਉਸੇ ਢੰਗ ਦੇ ਨਾਲ ਆਪਣੀਆਂ ਸੁਭਾਵਾਂ ਆਦ ਧਰਮੀ ਸਮਾਜ ਦੇ ਲਈ ਨਿਭਾ ਰਹੇ ਨੇ। ਸੋ ਹਰਬੰਸ ਸਿੰਘ ਹੀਰਾ ਜੀ। ਥੈਂਕ ਯੂ ਨਿਰਮਲ ਦਾਸ ਮੇਸ਼ ਜੀ, ਜਿਨ੍ਹਾਂ ਦੇ ਆਪ ਜੀ ਧੰਨਵਾਦ ਕਿ ਜਿਨ੍ਹਾਂ ਇੰਟਰੋਡਕਸ਼ਨ ਕਰਕੇ ਅੱਜ ਨਿਮਾਣੇ ਜੀ ਨੂੰ ਟਾਈਮ ਦਿੱਤਾ ਹੈ। ਇਸ ਮੌਕਾ ਮਿਲਿਆ ਹੈ ਕਿ ਅਸੀਂ ਆਪਣੇ ਵਿਚਾਰ ਸੰਗਤ ਦੇ ਜਿਹੜੇ ਇਸ ਵੇਲੇ ਸਮਾਜ ਮੂਹਰੇ ਬੈਠਾ ਸਾਨੂੰ ਦੇਖ ਰਿਹਾ ਹੈ ਉਹਨਾਂ ਨਾਲ ਸਾਂਝੇ ਕਰਨ ਦਾ ਅੱਜ ਸਾਨੂੰ ਕਿਉਂ ਜ਼ਰੂਰਤ ਪਈ, ਜਦ ਕਿ ਅਸੀਂ ਜਿਸ ਤਰ੍ਹਾਂ ਮੇਸ਼ ਸਾਹਿਬ ਨੂੰ ਦੱਸਿਆ ਕਿ 1973 ਤੋਂ ਲੈ ਕੇ ਆਦ ਧਰਮ ਬ੍ਰਦਰਹੁੱਡ ਇੱਥੇ ਸਾਡੇ ਉਸ ਵੇਲੇ ਯੰਗ ਨੌਜਵਾਨ ਸੀ ਜਿਨ੍ਹਾਂ ਨੇ ਚਾਹਿਆ ਕਿ ਸਾਡੇ ਸਮਾਜ ਵਾਸਤੇ ਯੰਗ ਬਲੱਡ ਜਿਹੜਾ ਕੁਛ ਕਰਨ ਵਾਸਤੇ ਬੜਾ ਉਤਾਵਲਾ ਸੀ, ਅਤੇ ਅਸੀਂ ਆਪਣੇ ਆਪ ਨੂੰ ਤਿਆਰ ਬਰ ਤਿਆਰ ਸਮਾਜ ਦੀ ਸੇਵਾ ਕਰਨ ਵਾਸਤੇ ਹਾਜ਼ਰ ਹੋਏ ਸਨ।
ਅਸੀਂ ਇਕੱਲੇ ਨਹੀਂ ਸੀ, ਸਾਡੇ ਤੋਂ ਪਹਿਲਾਂ ਵੀ ਜਿਹੜੇ ਸਾਡੇ ਬਜ਼ੁਰਗ ਆਏ ਸਨ, ਜਿਹੜੇ ਕਿ 60 ਤੋਂ ਵੀ ਪਹਿਲਾਂ ਦੇ ਆਏ ਸਨ, ਉਹਨਾਂ ਨੇ ਵੀ ਸਾਡੇ ਵੱਖ-ਵੱਖ ਆਦਿ ਧਰਮ ਵਾਸਤੇ ਜੋ ਸਮਾਜ ਜਿਹੜਾ ਆਦਿ ਸ਼ੇਰ ਜਿਹਨੂੰ ਕਹਿੰਦੇ ਕਿ ਉਹਨਾਂ ਨੇ ਆਦਿ ਧਰਮ ਦੇ ਜਿਹੜੇ ਮੋਢੀ ਸੀਗੇ, ਉਹਨਾਂ ਦੇ ਔਲਾਦ ਜਿਹੜੀ ਇੱਥੇ ਆਈ, ਉਹਨਾਂ ਨੇ ਵੀ ਆਦਿ ਧਰਮ ਦਾ ਨਾਂ ਕਾਇਮ ਰੱਖਿਆ। ਇਸੇ ਤਰ੍ਹਾਂ ਅਸੀਂ ਵੀ, ਸਾਡੇ ਵੀ ਜਿਹੜੇ ਬਜ਼ੁਰਗ ਸਾਡੇ ਬਾਬੇ ਸਨ, ਉਹਨਾਂ ਨੇ ਵੀ ਇਸ ਆਦਿ ਧਰਮ ਦੀ ਜੋ ਸਾਡਾ ਕਹਿੰਦੇ ਆ ਵੀ ਦਰਖਤ ਸੀ, ਉਸ ਵਿੱਚ ਆਪਣਾ ਖੂਨ ਪਸੀਨੇ ਦਾ ਜੋ ਪਾ ਕੇ ਜਿਹੜਾ ਦਾਨ ਸੀਗਾ, ਜੋ ਸੇਵਾ ਸੀਗੀ, ਜੋ ਉਸ ਵਿੱਚ ਆਪਣੇ ਇਸ ਨੂੰ ਸਿੰਜਿਆ ਸੀਗਾ, ਉਹਦੇ ਵਿੱਚ ਕਰਦੇ ਹੋਇਆਂ ਤੇ ਸਾਡੀ ਤੀਸਰੀ ਪੀੜ੍ਹੀ ਤੱਕ ਅਸੀਂ ਆ ਗਏ ਹਾਂ ਕਿ ਉਸ ਪੀੜ੍ਹੀ ਨੂੰ ਅਸੀਂ ਦੇਖਦੇ ਕਿ ਸਾਡਾ ਸਮਾਜ ਇੱਕ ਦਿਨ ਜਿਹੜੀਆਂ ਲੀਆਂ ਦੇ ਚੱਲੇ ਸੀ ਉਸ 'ਤੇ ਅਸੀਂ ਆਸ ਲਈਏ। ਅਨਫੋਰਚੂਨੇਟਲੀ ਜਿਸ ਵੇਲੇ ਟਾਈਮ ਟੂ ਟਾਈਮ ਪੈਂਦਾ ਰਿਹਾ, ਜਿਹੜੇ ਸਾਡੇ ਸਮਾਜ ਦੇ ਲੀਡਰ ਆਉਂਦੇ ਰਹੇ, ਉਹਨਾਂ ਨੇ ਇਸ ਚੀਜ਼ ਨੂੰ ਅੱਗੇ ਰੱਖਿਆ ਕਿ ਉਹਨਾਂ ਨੇ ਆਪਣੇ ਫਾਇਦੇਮੰਦ, ਉਹਨਾਂ ਨੇ ਜਿਹੜੀ ਉਹਨਾਂ ਜਥੇਬੰਦੀਆਂ ਉਹਨਾਂ ਨੂੰ ਮਿਲੀਆਂ, ਉਹਨਾਂ ਦੇ ਆਪਣੇ ਚੌਧਰ ਵਾਸਤੇ ਉਹਨਾਂ ਨੂੰ ਦਬਾਉਣ ਦੇ ਆਹ ਧਰਮ ਨੂੰ ਹੌਲੀ ਹੌਲੀ ਉਹਨਾਂ ਨੂੰ ਡਿਸਪੇਅਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਲੇਕਿਨ ਜਿਸ ਤਰ੍ਹਾਂ ਕਹਿੰਦੇ ਜਿਨ੍ਹਾਂ ਦੇ ਖੂਨ ਵਿੱਚ ਇਹ ਚੀਜ਼ ਹੈਗੀ ਆ, ਉਹ ਤਾਂ ਵੈਸੇ ਬੜੀ ਮੁਸ਼ਕਿਲ, ਜਿਸ ਤਰ੍ਹਾਂ ਮੈਂ ਕਿਹਾ ਹੈ ਕਿ ਮੇਰੇ ਨਾਲ ਦੇਖਿਆ ਜਾਵੇ ਕਿ ਅਸੀਂ ਤੀਸਰੀ ਪੀੜ੍ਹੀ ਹਾਂ ਕਿ ਸਾਡੇ ਬਾਬਾ ਜੀ, ਬਾਬਾ ਮਹਿੰਗਾ ਰਾਮ ਜੀ ਮੇਰੇ, ਜਿਹੜੇ ਕਿ ਪਿੰਡ ਮੋਹਰਾਵਾਲੀ ਤੋਂ ਆਏ ਸਨ, ਉਹਨਾਂ ਨੇ ਨਿਊਜ਼ੀਲੈਂਡ ਗਏ ਹੋਏ ਸਨ। ਉੱਥੇ ਦੇ ਜਿਹੜੀ ਸੰਗਤ ਹੈ, ਉੱਥੇ ਦੇ ਭਾਈਚਾਰੇ ਨੇ ਰਲ ਕੇ ਉਹਨਾਂ ਸਮੇਂ ਵਿੱਚ 1000 ਪਾਉਂਡ ਜੋ ਉਸ ਵੇਲੇ ਜੋ ਪਾਉਂਡ ਇਸ ਆਦਿ ਧਰਮ ਨੂੰ ਭੇਜ ਕੇ ਇਹਦੀ ਸਹਾਇਤਾ ਕੀਤੀ ਸੀ, ਤਾਂ ਕਿ ਕਿਉਂਕਿ ਜਿਹੜਾ ਸਾਡਾ ਸਮਾਜ ਸਾਰਾ ਇੱਥੇ ਜੋ ਕਿ ਸਾਡਾ ਉੱਥੇ ਜਿਹਨੂੰ ਕਹਿੰਦੇ ਆਦਿ ਧਰਮ ਮੰਡਲ ਰੇਲਵੇ ਰੋਡ ਕਿਸ਼ਨ ਨਗਰ ਹੈ, ਉੱਥੇ ਉਹਦੇ ਵਿੱਚ ਉਹਨੇ ਭਾਈਚਾਰਾ ਸੀ ਸਾਰਾ ਤਕਰੀਬਨ ਨੈਕਸਟ ਟੂ ਨੋਥਿੰਗ ਨਾਲ ਇੱਕ ਮਜ਼ਦੂਰੀ ਟਾਪ ਦੇ ਕੇ ਉਹਦੇ ਰੋਟੀ ਪਾਣੀ ਵਾਸਤੇ ਉਹ ਕੰਮ ਕਰਦੇ ਸੀ। ਉਹਨਾਂ ਦੀ ਬੜੀ ਹਾਲਤ ਖਰੀਬ ਸੀਗੀ, ਉਹਨਾਂ ਵਾਸਤੇ ਉਹਨਾਂ ਮਦਦ ਕਰਕੇ ਉਹਨਾਂ ਨੂੰ ਆਦਿ ਧਰਮ ਕਾਇਮ ਜੋ ਚਲਾਉਣ ਵਾਸਤੇ ਬੜਾ ਕੁਝ ਕੀਤਾ। ਉਹਦੇ ਬਾਅਦ ਕੀ ਦੇਖਿਆ ਕਿ ਸਭ ਚੱਲਦਾ ਹੋਇਆ, ਲੇਕਿਨ ਜਿਸ ਤਰ੍ਹਾਂ ਪਹਿਲਾਂ ਕਿਹਾ ਹੈਗਾ ਕਿ ਜਿਹੜੇ ਸਾਡੇ ਸਮਾਜ ਨਵੇਂ ਲੀਡਰ ਆਏ ਆ, ਉਹਨਾਂ ਨੇ ਕੋਸ਼ਿਸ਼ ਕੀਤੀ ਹੈਗੀ ਕਿ ਅਸੀਂ ਆਪਣੇ ਆਪ ਨੂੰ ਹਾਈਲਾਈਟ ਕਰੀਏ, ਲੇਕਿਨ ਜਿਹੜੀ ਸਾਡੇ ਬਜ਼ੁਰਗਾਂ ਦੀ ਕੀਤੀ ਹੋਈ ਜੋ ਮਿਹਨਤ ਸੀਗੀ, ਉਹਨਾਂ ਨੂੰ ਭੁਲਾਉਂਦੇ ਜਾ ਰਹੇ ਸੀ। ਔਰ ਅੱਜ ਕੱਲ੍ਹ ਦੇਖਦੇ ਹਾਂ ਕਿ ਅਸੀਂ ਹੁਣ ਪੋਤਿਆਂ ਪੜੋਤਿਆਂ ਜਿੱਦਾਂ ਕਹਿੰਦੇ ਪੜਪੋਤਿਆਂ ਵਾਲੇ ਵੀ ਦੋਤਿਆਂ ਵਾਲੇ ਹੋ ਗਏ ਹੈਗੇ ਆ ਕਿ ਸਾਡੇ ਦੇ ਵਿੱਚ ਜਿੱਦਾਂ ਕਹਿੰਦੇ ਚੌਥੀ ਪੀੜ੍ਹੀ ਗਾਹਾਂ ਆ ਗਈ ਮਾਲਕ ਦੀ ਕਿਰਪਾ ਨਾਲ। ਔਰ ਦੇਖਦੇ ਹਾਂ ਕਿ ਅਸੀਂ ਜੋ ਸਿੱਖਿਆ ਹੈਗਾ ਅਸੀਂ ਉਹ ਪਾਸ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਲੇਕਿਨ ਉਹਦੇ ਨਾਲ ਇੱਕ ਸਵਾਲ ਉੱਠਦਾ ਹੈ ਕਿ ਉਹ ਪੁੱਛਦੇ ਨਾ ਹੂ ਆਰ ਵੀ, ਵਾਟ ਆਰ ਰਿਲੀਜਨ। ਫਿਰ ਦੇਖਦੇ ਹਾਂ ਵੀ ਅਸੀਂ ਗੁਰੂ ਘਰ ਜਾਂਦੇ ਹਾਂ, ਸਾਡੀ ਉਮਰ ਨਿਕਲ ਕੇ ਗੁਰੂ ਘਰ ਜਾਂਦੇ ਹਾਂ, ਅਤੇ ਵੀ ਸਾਡੇ ਸਮਾਜ ਕੀ ਸਿਖਾ ਰਿਹਾ ਹੈ ਸਾਡੇ ਵਾਸਤੇ, ਜਿਹਦੇ ਕਰਕੇ ਦੇਖਿਆ ਕਿ ਹੁਣ ਦੀ ਜਿਹੜੀ ਮਰਦਸ਼ੁਮਾਰੀ ਆ ਰਹੀ ਆ, ਉਸ ਵਿੱਚ ਸਾਡੇ ਬੱਚਿਆਂ ਵਾਸਤੇ ਕੋਈ ਐਸੀ ਚੀਜ਼ ਨਹੀਂ ਮਿਲ ਰਹੀ ਜਿਹੜੀ ਕਿ ਸਾਡੇ ਬੱਚਿਆਂ ਨੂੰ ਇਹ ਦੱਸ ਸਕੇ ਵੀ ਅਸੀਂ ਕੌਣ ਆ। ਉਹ ਦੂਸਰੇ ਬੱਚਿਆਂ ਦੇ ਨਾਲ ਉਹ ਇੱਕ ਸੈਕੰਡ ਕਲਾਸ ਬਣ ਕੇ ਰਹਿ ਜਾਂਦੇ, ਜਦ ਕਿ ਉਹਨੂੰ ਧਰਮ ਦੀ ਗੱਲ ਆਉਂਦੀ ਹੈਗੀ ਆ ਅਤੇ ਉਹਦੇ ਨਾਲ ਸਾਨੂੰ ਕੋਈ ਕਿਸੇ ਨਾਲ ਜੋੜ ਦਿੰਦਾ, ਕੋਈ ਕਿਸੇ ਨਾਲ ਜੋੜ ਦਿੰਦਾ ਆ। ਅਤੇ ਇਸੇ ਕਰਕੇ ਸਾਡੇ ਇਸ ਜੋ ਆਪਣੇ ਜਨਗਣ ਆਈ ਹੈਗੀ ਆ, ਸੈਂਸਸ ਆਈ ਆ, ਅਤੇ ਉਹਦੇ ਵਿੱਚ ਅਸੀਂ ਦੇਖਿਆ ਕਿ ਆਲੇ ਦੁਆਲੇ ਕੀ ਹੋ ਰਿਹਾ ਹੈਗਾ, ਅਤੇ ਲੋਕ ਆਪਣੇ ਗੁੱਗੇ ਗਾ ਰਹੇ, ਜਿਹਨੂੰ ਪੰਜਾਬੀ ਕਹਿੰਦੇ ਹੁੰਦੇ ਨਾ, ਕਿ ਲੇਕਿਨ ਜਿਹੜੇ ਸਹੀ ਰਸਤੇ ਪਰ ਜਾ ਜੋ ਸਾਡੇ ਬਜ਼ੁਰਗ ਲੈ ਕੇ ਆਏ ਸਾਡੇ ਸਮਾਜ ਨੂੰ, ਉਸ ਨੂੰ ਭੁਲਾ ਕੇ ਜਾ ਰਹੇ। ਅਤੇ ਸਾਡਾ ਫਿਰ ਅਸੀਂ ਇਸ ਬਾਰੇ ਫਿਰ ਸਾਨੂੰ ਇਸ ਵੇਲੇ ਲਾਈਨ ਵਿੱਚ ਆਉਣਾ ਪਿਆ। ਔਰ ਬਲਕਿ ਅਸੀਂ ਸੇਵਾ ਕਰਦੇ ਤਾਂ ਬਚਪਨ ਤੋਂ ਬਾਅਦ, ਜਿਸ ਤਰ੍ਹਾਂ ਮੇਰ ਸਾਹਿਬ ਦੇ ਜਿਹਦੇ ਨਾਲ ਅਸੀਂ ਬਚਪਨ ਤੋਂ ਸਾਥੀ ਚੱਲਦੇ ਆ ਰਹੇ ਹਾਂ, ਪਰ ਇਹ ਦੇਖਿਆ ਹੈ ਕਿ ਜਿਹੜੇ ਸਾਡੇ ਸਮਾਜ ਹੈ ਉਹਦੀ ਦਿਸ਼ਾ ਉਹਨੇ ਬਦਲ ਲਈ ਆ। ਉਸ ਦੇ ਨਾਲ ਹੀ ਕੋਸ਼ਿਸ਼ ਇਹੀ ਕਰਨੀ ਹੈ ਭਾਈ, ਜਿਹੜੇ ਲੋਕ ਇਸ ਵੇਲੇ ਜਿਹੜੀ ਜਾਣਕਾਰੀ ਨਹੀਂ ਰੱਖਦੇ, ਅਤੇ ਸਾਨੂੰ ਆਪ ਜੀ ਦੇ ਸਾਹਮਣੇ ਇਸ ਵੇਲੇ ਬੈਠਣ ਦੇ ਇਹ ਵਿਚਾਰ ਸਾਂਝੇ ਕਰਨ ਦਾ ਮੌਕਾ ਤਾਂ ਹੀ ਲੈਣਾ ਪਿਆ ਵੀ ਤਾਂ ਕਿ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਕੇ ਭਾਈ ਤੁਹਾਨੂੰ ਦੱਸ ਸਕੀਏ ਜਿਹੜੇ ਲੋਕਾਂ ਨੇ ਆਦਿ ਧਰਮ ਦਾ ਨਾਂ ਸੁਣਿਆ ਨਹੀਂ ਕਦੇ ਕਹਿੰਦੇ ਸੀ, ਉਹ ਵੀ ਕਿਹਦੀ ਗਲਤੀ ਹੈ? ਇਹ ਤਾਂ ਮਾਪਿਆਂ ਦੀ ਗਲਤੀ ਆ। ਜਿਸ ਤਰ੍ਹਾਂ ਸਾਡੇ ਪ੍ਰਬੱਗਾ ਸਾਹਿਬ ਦੱਸ ਕੇ ਗਏ ਆ ਕਿ ਉਹਨਾਂ ਨੇ, ਔਰ ਇਸੇ ਨਾਲ ਸਾਡੇ ਸਮਾਜ ਦੇ ਇਸੇ ਤਰ੍ਹਾਂ ਦੇ ਐਂਡਿੰਗ ਉਮਰਾਂ ਦੇ ਜਿਹੜੇ ਸਾਡੇ ਬਜ਼ੁਰਗ ਸਨ, ਉਹਨਾਂ ਨੇ ਇਸ ਆਦਿ ਧਰਮ ਦੇ ਲਾਹਾ ਲੈ ਕੇ, ਵਜ਼ੀਫੇ ਲੈ ਕੇ, ਪੜ੍ਹਾਈਆਂ ਕੀਤੀਆਂ, ਨੌਕਰੀਆਂ ਕੀਤੀਆਂ, ਔਰ ਆਪਣੀ ਜ਼ਿੰਦਗੀ ਨੂੰ ਬਹਾਲ ਕਰਕੇ ਦੁਨੀਆ ਵਿੱਚ ਆਪਣਾ ਨਾਮ ਕਮਾਇਆ। ਪਰ ਜਿਹਦੇ ਨਾਲ ਜਿਹੜੇ ਬੜੇ ਸੀਗੇ ਉਹਨੂੰ ਭੁਲਾ ਦਿੱਤਾ। ਆਦਿ ਧਰਮ ਦਾ ਅੱਜ ਕੱਲ੍ਹ ਨਾਂ ਦੇਖਿਆ ਕਿਸੇ ਬਹੁਤ ਘੱਟ ਬੰਦੇ ਹੋਣਗੇ ਜਿਹਨਾਂ ਤੁਹਾਨੂੰ ਆਦਿ ਧਰਮ ਦਾ ਨਾਂ ਤੁਹਾਡੇ ਮੂਹਰੇ ਮਿਲੇਗਾ, ਲੇਕਿਨ ਅੱਜ ਹੋਰ ਹੀ ਆਪਣੇ ਮੇਰੇ ਕਹਿੰਦੇ ਹੁੰਦੇ ਆ ਕਿ ਨਵੇਂ ਨਾਲ ਦੇ ਨਾਲ ਦੇਖਿਆ ਕਿ ਨਵੇਂ ਨਾਵਾਂ ਨਾਲ ਅਸੀਂ ਆਪਣੇ ਆਪ ਨੂੰ ਸੈਪਰੇਟ ਕਰਕੇ ਨਵੇਂ ਰਸਤੇ ਫੜੀ ਬੈਠੇ ਹਾਂ, ਲੇਕਿਨ ਜਿਹੜਾ ਸਾਡਾ ਝੁੰਡ ਹੈਗਾ, ਸਾਡਾ ਜੋ ਸਾਡੀ ਰੂਟਸ ਹੈਗੇ ਆ, ਉਹਨੂੰ ਸਾਰੇ ਭੁੱਲੀ ਜਾ ਰਹੇ ਆ। ਔਰ ਜਿਹੜੇ ਇਨਸਾਨ ਕਹਿੰਦੇ ਹਮੇਸ਼ਾ ਕੋਈ ਵੀ ਦਰਖਤ ਵੀ ਹੁੰਦਾ ਜਿੰਨਾ ਚਿਰ ਉਹਦੇ ਰੂਟਸ ਜਿਹੜੇ ਆ ਉਹਨਾਂ ਚਿਰ ਜਿੰਨਾ ਚਿਰ ਉਹ ਕਾਇਮ ਹੈਗੀਆਂ ਤਾਂ ਉਹ ਦਰਖਤ ਹਮੇਸ਼ਾ ਹਰਾ ਰਹਿੰਦਾ ਹੈ।
ਸੋ ਮਾਲਕ ਦੀ ਕਿਰਪਾ ਨਾਲ ਹੈ ਕਿ ਸਾਡੇ ਵਰਗੇ ਹੱਲੇ ਜਿੰਦੇ ਹਨ, ਜਿਸ ਤਰ੍ਹਾਂ ਮੇਰੇ ਸਾਥੀ ਪਹਿਲਾਂ ਆਏ ਹਨ। ਇਹਨਾਂ ਦੇ ਵਿਚਾਰ ਜਿਹੜੇ ਆ ਅਸੀਂ ਸਾਰੇ ਇੱਕ ਤੇ ਇੱਕੋ ਜਿਹੇ ਹਾਂ। ਔਰ ਸਾਡੀ ਇਹ ਵੀ ਆਸ ਹੈ ਕਿ ਅਸੀਂ ਆਉਣ ਵਾਲੀ ਜੋ ਪੀੜ੍ਹੀ ਆ, ਸਾਡੇ ਸਮਾਜ ਦੇ ਬੱਚੇ ਆ, ਸਾਡੀ ਔਲਾਦ ਹੈ, ਸਾਡੇ ਬੱਚੇ ਪੋਤੇ ਪੜੋਤੀਆਂ ਜਿੰਨੇ ਵੀ ਹਨ, ਉਹਨਾਂ ਨੂੰ ਅਸੀਂ ਦੇ ਕੇ ਜਾਈਏ ਭਾਈ ਕਿ ਅਸੀਂ ਅੱਜ ਤੋਂ ਚੱਲੇ ਆ ਰਹੇ ਹਾਂ। ਅਸੀਂ ਆਦਤ ਜਗਾਤ ਤੋਂ ਚੱਲਦੇ ਆ ਰਹੇ ਹਾਂ। ਲੇਕਿਨ ਜਿਹੜੇ ਸਾਡੇ ਕੋਲ ਜਿਸ ਤਰ੍ਹਾਂ ਲੋਕ ਆਉਂਦੇ ਰਹੇ, ਉਹਨਾਂ ਨੇ ਸਾਡੇ ਗਰੀਬ ਲੋਕਾਂ ਦੇ ਉੱਤੇ ਆਪਣਾ ਰਾਜ ਜਮਾਉਂਦੇ ਰਹੇ, ਗੁਲਾਮੀ ਉਹਨਾਂ ਬਣਾ ਕੇ ਆਪਣੀਆਂ ਬੁੱਤੀਆਂ ਕਰਾਉਂਦੇ ਰਹੇ, ਲੇਕਿਨ ਸਮਾਜ ਦਬਾਉਂਦੇ ਰਹੇ। ਹੁਣ ਜੇ ਸਮਾਂ ਆ ਗਿਆ ਕਿ ਅਸੀਂ ਪੜ੍ਹ ਲਿਖ ਕੇ ਆਏ ਹਾਂ, ਅਸੀਂ ਸਮਾਜ ਦੇ ਉੱਤੇ ਆਪਣੇ ਜਾ ਕੇ ਆਪਣੀ ਹਾਲਤ ਹੈਗੀ ਉਹਨੂੰ ਤਾਂ ਅੱਛੀ ਬਣਾ ਹੀ ਰਹੇ ਹਾਂ, ਲੇਕਿਨ ਅਸੀਂ ਚਾਹੁੰਦੇ ਕਿ ਸਾਡੇ ਸਮਾਜ ਦੀ ਹਾਲਤ ਹੈ ਉਸ ਨੂੰ ਵੀ ਅੱਛੀ ਬਣਾ ਸਕੀਏ, ਤਾਂ ਕਿ ਜਿਹੜਾ ਸਾਡਾ ਸਮਾਜ ਹੈ ਉਹ ਵੀ ਸਾਡੇ ਬਰਾਬਰ ਦਾ ਹੋਵੇ। ਇਸੇ ਕਰਕੇ ਜਿਹੜਾ ਮੇਰਾ ਹਮੇਸ਼ਾ ਮੋਟੋ ਇਹ ਰਿਹਾ ਕਿ ਅਸੀਂ ਜਿਹੜਾ ਜਾਤ ਪਾਤ ਦਾ ਚੱਕਰ ਸਾਡੇ ਗਲਾਂ ਵਿੱਚ ਫਾਹਾ ਪਾਇਆ, ਇਹਨੂੰ ਮਿਟਾ ਕੇ ਇੱਕ ਜਾਤ ਬਣਾਈਏ, ਜਿਸ ਤਰ੍ਹਾਂ ਆਹ ਧਰਮੀ ਬਣਾਈਏ, ਔਰ ਸਾਡਾ ਧਰਮ ਜਿਹੜਾ ਇੱਕ ਆਹ ਧਰਮ ਬਣਾਈਏ, ਤਾਂ ਕਿ ਅਸੀਂ ਸਾਡੀ ਬੋਲੀ ਤਾਂ ਜ਼ਰੂਰ ਸਾਡੇ ਭਾਰਤ ਦੇ ਵੱਖ-ਵੱਖ ਜ਼ਿਲ੍ਹਿਆਂ 'ਤੇ ਹੈਗੀ ਆ, ਸਾਡੀ ਮਦਰ ਜਿਹੜੀ ਲੈਂਗੁਏਜ ਹੈਗੀ ਜ਼ਰੂਰ ਪੰਜਾਬੀ ਹੈਗੀ ਹੈ, ਇਹਦੇ ਨਾਲ ਸਾਨੂੰ ਚੱਲਣਾ ਪਏਗਾ। ਹੋਰ ਇਲਾਕਿਆਂ ਵਿੱਚ ਵੀ ਜਿਹੜੀ ਪੰਜਾਬੀ ਦੀ ਲੈਂਗੁਏਜ ਹੈਗੀ ਆ, ਜਿੱਥੇ ਉਹਨਾਂ ਲੈਂਗੁਏਜ ਹੈਗੀ ਉਹ ਆਪਣੇ ਮਦਰ ਟੰਗ ਕਹਿ ਕੇ ਕਰ ਜਾਂਦੇ। ਲੇਕਿਨ ਜਿਹੜੀਆਂ ਦੋ ਚੀਜ਼ਾਂ ਜ਼ਰੂਰੀ ਹਨ ਕਿ ਸਾਡੀ ਇੱਕ ਜਾਤ, ਇੱਕ ਸਾਡਾ ਧਰਮ ਹੋਵੇ, ਤਾਂ ਕਿ ਜਿਹੜਾ ਸਾਡਾ ਸਮਾਜ ਆ, ਸਾਡੇ ਬੱਚੇ ਆ, ਆਉਣ ਵਾਲੇ ਔਲਾਦ ਆ, ਉਹਨਾਂ ਨੂੰ ਇਸ ਚੀਜ਼ ਦਾ ਮਾਣ ਹੋਵੇ ਵੀ ਸਾਡਾ ਵੀ ਜੇ ਕੋਈ ਵਿਰਸਾ ਹੈ, ਸਾਡੇ ਵੀ ਰੂਟਸ ਹਨ, ਸਾਡਾ ਕੋਈ ਧਰਮ ਹੈ, ਜਿਹਦੇ ਨਾਲ ਉਹ ਫਖਰ ਨਾਲ ਦੂਸਰੇ ਨਾਲ ਗੱਲ ਕਰਦੇ ਨਾਲ ਕੋਈ ਝਿਜਕ ਨਾ ਜਾਣ। ਕਿਉਂਕਿ ਜਦੋਂ ਕਿ ਦੂਸਰੇ ਕਹਿੰਦੇ ਤੂੰ ਫਲਾਣੇ ਹੈ, ਤੂੰ ਫਲਾਣਾ ਹੈ, ਤਾਂ ਬੜਾ ਦੁੱਖ ਲੱਗਦਾ ਹੈ ਕਿ ਅਸੀਂ ਇੰਨੇ ਸਾਲਾਂ ਦੇ ਆਜ਼ਾਦੀ ਜੋ ਸਾਨੂੰ ਸਾਡੇ ਭਾਰਤ ਨੂੰ ਮਿਲੀ ਸੀ, ਉਹ ਤੇ ਜਿਹੜੀ ਸਾਡੀ ਆਜ਼ਾਦੀ ਸੀਗੀ ਤਕਰੀਬਨ 95 ਸਾਲ ਪਹਿਲਾਂ, ਉਸ ਨੂੰ ਵੀ ਸਭ ਨੂੰ ਅਸੀਂ ਪਿੱਛੇ ਛੱਡ ਕੇ ਅਸੀਂ ਆਪਣਾ ਜਿਹੜੇ ਕਹਿੰਦੇ ਜੋ ਕਿ ਜੇ ਪੰਜਾਬੀ 'ਚ ਕਹਿੰਦੇ ਡੋਰੂ ਵਜਾਉਣ ਲੱਗ ਪਏ। ਲੇਕਿਨ ਉਹ ਅਸੀਂ ਚਾਹੁੰਦੇ ਕਿ ਵਾਪਸ ਭਾਈ ਆਵੋ, ਆਪਣੇ ਆਪ ਨੂੰ ਆਹ ਧਾਰਮਿਕ ਕਹਾ ਕੇ ਆਪਣੀ ਜੋ ਹੋਂਦ ਹੈ ਉਹਨੂੰ ਪਛਾਣ ਕੇ, ਤਾਂ ਕਿ ਅਸੀਂ ਆਉਣ ਵਾਲੇ ਸਮਾਜ ਦੇ ਵਿੱਚ ਆਪਣੇ ਇੱਕ ਅਣਖ ਨਾਲ ਜੀ ਕੇ ਗੁਰੂ ਮਹਾਰਾਜ ਦੇ ਸ਼ਬਦਾਂ ਨਾਲ ਆਦਿ ਪੁਰਖਾਂ ਦੀ ਜੋ ਬਾਣੀ ਸਾਨੂੰ ਦੱਸ ਰਹੀ ਹੈ ਕਿ ਆਪਣੇ ਆਪ ਨੂੰ ਪਛਾਣੋ। ਕਿਸੇ ਦੀ ਜਿਹਦੀ ਗੁਲਾਮੀ ਕਰਨੀ ਇੱਕ ਪਾਪ ਦੱਸਿਆ ਗਿਆ, ਲੇਕਿਨ ਜਿਹੜਾ ਕਰਨ ਵਾਲਾ ਉਹ ਪਾਪੀ ਹੈ, ਲੇਕਿਨ ਕਹਿੰਦੇ ਗੁਲਾਮੀ ਕਰਨ ਵਾਲਾ ਵੀ ਜਿਹੜਾ ਉਹ ਵੀ ਇੱਕ ਪਾਪ ਹੈ। ਕਿਉਂਕਿ ਗੁਰੂ ਮਹਾਰਾਜ ਦੇ ਸ਼ਬਦਾਂ ਨਾਲ ਜਾਈਏ, ਮਹਾਂਪੁਰਸ਼ਾਂ ਦੇ ਆਦਿ ਗੁਰੂਆਂ ਦੀ ਬਾਣੀ ਨਾਲ ਜਾਈਏ, ਉਹ ਦੱਸਦੀ ਹੈ ਕਿ ਸਾਨੂੰ ਆਪਣੇ ਆਪ ਨੂੰ ਕਾਇਮ ਰਹੋ ਕਿ ਦੁਨੀਆ ਵਿੱਚ ਆਪਣਾ ਬਰਾਬਰ ਦਾ ਹੈ। ਔਰ ਇਨਸਾਨੀਅਤ ਜਿਹੜੇ ਜਿੰਨੇ ਮਹਾਂਪੁਰਸ਼ ਆਏ ਸਾਰਿਆਂ ਨੇ ਦੱਸਿਆ ਕਿ ਜੋ ਇਨਸਾਨ ਹੈ ਸਾਰੇ ਬਰਾਬਰ ਦੇ ਹਨ, ਸਾਰੇ ਇੱਕੋ ਜਿਹੇ ਹਨ, ਸਾਰਿਆਂ ਨੂੰ ਨੱਕ ਮੂੰਹ ਸਾਰੇ ਜੋ ਸਭ ਹੱਥ ਇੱਕ ਬਰਾਬਰ ਹਨ। ਲੇਕਿਨ ਉਹਦੇ ਨਾਲ ਕੀ ਹੈ ਕਿ ਜਿਹੜੀ ਮਾਨਸਿਕ ਜਿਹੜੀ ਤੁਹਾਡੀ ਦਿਮਾਗੀ ਜਿਹੜੇ ਹਾਲਾਤ ਆ, ਉਹ ਕੁਝ ਲੋਕਾਂ ਨੇ ਦੂਸਰਿਆਂ ਨੂੰ ਗੁੰਮਰਾਹ ਐਸਾ ਜਿਹਨੂੰ ਕਹਿੰਦੇ ਹੁੰਦੇ ਆ ਕੂੜਾ ਭਰਿਆ ਹੋਇਆ ਕਿ ਉਹਨਾਂ ਦਬਾ ਕੇ ਰੱਖਿਆ ਹੈ, ਤਾਂ ਕਿ ਉਹਨਾਂ ਦੇ ਹੀ ਕੰਮ ਆ ਸਕਣ, ਉਹਨਾਂ ਦੇ ਵਾਸਤੇ ਕੰਮ ਕਰ ਸਕਣ, ਉਹਨਾਂ ਨੂੰ ਉਨੀ ਜਿੱਤ ਕੇ ਖਾਣਾ ਦਿੱਤੇ ਜਿੰਨਾ ਕਿ ਉਹਨਾਂ ਦੇ ਜੀ ਸਕਣ। ਬੜੀਆਂ ਦੁੱਖ ਵਾਲੀਆਂ ਕਹਾਣੀਆਂ ਆਉਂਦੀਆਂ ਹੈ ਜਿਹੜੀਆਂ ਕਿ ਸਾਨੂੰ ਦੱਸਦੀਆਂ ਕਿ ਅਸੀਂ ਆਪਣੇ ਸਮਾਜ ਦੇ ਦੇਖਦੇ ਹਾਂ ਕਿ ਜਿਹੜੀਆਂ ਦੀ 3 ਡੰਗ ਦੀ ਰੋਟੀ ਉਹ ਆਪਣੇ ਬੱਚਿਆਂ ਨੂੰ ਦੇ ਸਕਦੇ, ਹੱਲੇ ਕਿ ਅਸੀਂ ਆਪਣੇ ਬੜੇ ਦੁਨੀਆ ਵਿੱਚ ਦੂਸਰੀ ਤੀਸਰੀ ਪਾਵਰ ਸਮਝਣ ਲੱਗ ਪਏ ਹਾਂ ਭਾਰਤ ਦੇ ਬੜੇ ਜੋ ਦੇਸ਼ ਵਿੱਚ ਹਨ। ਲੇਕਿਨ ਉੱਥੇ ਲੋਕ ਜਿਹੜੀ ਕਿ ਕਹਿੰਦੇ ਰਾਤ ਨੂੰ ਰੋਟੀ ਖਾ ਕੇ ਵੀ ਨਹੀਂ ਸੌਂ ਸਕਦੇ, ਕਿਉਂ ਕਿ ਰੋਟੀ ਖਾਣ ਦੇ ਨਾਲ ਉਹਨਾਂ ਕੋਈ ਇੰਨੀ ਆਪਣੇ ਕਮਾਈ ਨਹੀਂ ਹੋ ਰਹੀ। ਸੋ ਮੇਰਾ ਖਿਆਲ ਹੈ ਕਿ ਇੱਦਾਂ ਦੀਆਂ ਗੱਲਾਂ ਲੈ ਕੇ ਸਾਨੂੰ ਇਸ ਵੇਲੇ ਇੱਕ ਤਾਂ ਸਾਨੂੰ ਇਹ ਧਰਮ ਨੂੰ ਦਿਖਾਉਣਾ ਚਾਹੀਦਾ, ਦੂਸਰੇ ਸਾਡੇ ਸਮਾਜ ਨੂੰ ਜਿਹੜੇ ਇਹ ਚੀਜ਼ ਵਿਸ਼ਵਾਸ ਰੱਖਦੇ ਕਿ ਅਸੀਂ ਆਹ ਧਰਮੀ ਆ, ਔਰ ਆਹ ਧਰਮ ਦੇ ਨਾਲ ਸਾਡਾ ਧਰਮ ਜਿਹੜਾ ਆਹ ਧਰਮ ਆ, ਜਿੰਨੇ ਸਾਡੇ ਭਾਈਚਾਰਾ ਇਸ ਦਿਨ ਸੁਣਦੇ ਆ, ਜਿੰਨੇ ਸਾਡੇ ਨਾਲ ਇਹ ਸਹਿਮਤੀ ਹਨ, ਜ਼ਰੂਰ ਸਾਡੇ ਨਾਲ ਕੰਟੈਕਟ ਕਰਨ, ਤਾਂ ਕਿ ਅਸੀਂ ਵਾਪਸ ਇਸ ਨੂੰ ਮੁੜ ਕੇ ਇਹਨੂੰ ਕਿਤੇ ਹਾਈਲਾਈਟ ਕਰਕੇ ਲੋਕਾਂ ਵਿੱਚ ਲਿਆਈਏ, ਤਾਂ ਕਿ ਸਾਡੇ ਬੱਚਿਆਂ ਦੇ ਨਾਲ ਅਸੀਂ ਬੇਇਨਸਾਫੀ ਕਰ ਰਹੇ ਹੋਵਾਂਗੇ। ਔਰ ਅਸੀਂ ਇਕੱਲੇ ਬੱਚਿਆਂ ਨਾਲ ਨਹੀਂ ਕਰ ਰਹੇ, ਅਸੀਂ ਆਪਣੇ ਬਜ਼ੁਰਗਾਂ ਨਾਲ ਬੇਇਨਸਾਫੀ ਕਰ ਰਹੇ ਹਾਂ, ਉਹਨਾਂ ਦੇ ਨਾਲ ਅਸੀਂ ਗੁੰਮਰਾਹ ਹੋ ਰਹੇ ਹਾਂ। ਉਹਨਾਂ ਤੋਂ ਜਿੱਦਾਂ ਸੰਸਾਰ ਵਿੱਚ ਕਹਿੰਦੇ ਬਹੁਤ ਲਫ਼ਜ਼ ਬਹੁਤ ਪੈਸੇ ਦਿੰਦੇ ਆ, ਅਸੀਂ ਗਰਦਾਰੀ ਕਰ ਰਹੇ ਹਾਂ ਵੀ ਅਸੀਂ ਉਹਨਾਂ ਦੇ ਪੂਰਿਆਂ ਦੇ ਨਹੀਂ ਚੱਲ ਸਕੇ। ਅਸੀਂ ਆਪਣੇ ਆਪ ਨੂੰ ਸੋਚ ਲਿਆ, ਔਰ ਜਿਹੜੇ ਇੱਥੇ ਤੱਕ ਕਿ ਮਹਾਂਪੁਰਸ਼ ਵੀ ਸਾਡੇ ਆਏ ਨੇ ਜਿਨ੍ਹਾਂ ਨੇ ਇਹ ਚੀਜ਼ ਕੀਤੀ ਹੈਗੀ ਕਿ ਆਪਣੇ ਸਮਾਜ ਨੂੰ ਉਹ ਸੇਧ ਜਿਹੜੀ ਦੇਣੀ ਚਾਹੀਦੀ ਸੀ। ਤੋ ਇਸੇ ਕਰਕੇ ਸਾਡੇ ਸਮਾਜ ਨੂੰ ਆਪਣੀ ਸੇਧ ਲੈਣ ਵਾਸਤੇ, ਸੇਧ ਵਿੱਚ ਚੱਲਣ ਵਾਸਤੇ, ਸੇਧ ਨੂੰ ਕਾਇਮ ਰੱਖਣ ਵਾਸਤੇ ਇਕਜੁੱਟ ਹੋਣਾ ਪਏਗਾ, ਤਾਂ ਕਿ ਅਸੀਂ ਆਪਣੇ ਸਮਾਜ ਨੂੰ ਇਕਜੁੱਟ ਬਣਾ ਸਕੀਏ। ਮੇਰਾ ਖਿਆਲ ਅੱਜ ਦੇ ਸਮਾਜ ਨਹੀਂ ਆ, ਆਸ ਕਰਾਂਗੇ ਕਿ ਆਉਣ ਵਾਲੇ ਸਮੇਂ ਵਿੱਚ ਜ਼ਰੂਰ ਸਾਨੂੰ ਇੱਦਾਂ ਮੌਕਾ ਮਿਲੇਗਾ ਜਿਹਨਾਂ ਸੰਗਤਾਂ ਨਾਲ ਸਰੋਤਿਆਂ ਨਾਲ ਅਸੀਂ ਵੀ ਆਪਣੇ ਵਿਚਾਰ ਰੱਖ ਸਕੀਏ, ਔਰ ਆਉਣ ਵਾਲਾ ਸਮਾਜ ਜਿਹੜਾ ਜ਼ਰੂਰ ਸਾਨੂੰ ਐਸਾ ਮੌਕਾ ਦੇਵੇਗਾ ਕਿ ਅਸੀਂ ਇੱਕ ਸਮਾਜ ਬਣ ਕੇ ਜਿਹੜੀਆਂ ਜਾਤਾਂ ਪਾਤਾਂ ਦੇ ਚੱਕਰਾਂ ਵਿੱਚ ਚਿੱਕੜਾਂ ਵਿੱਚ ਫਸੇ ਹੋਆ ਉਹਨਾਂ 'ਚੋਂ ਨਿਕਲ ਸਕੀਏ। ਮੇਰਾ ਖਿਆਲ ਅੱਜ ਇੱਥੇ ਬਸ ਕਰਦੇ ਹਾਂ। ਤੇ ਤੁਹਾਡਾ ਕੀ ਖਿਆਲ ਵੀ ਆਪਾਂ ਨੂੰ ਜਨਗਣਨਾ ਦੇ ਵਿੱਚ ਕੀ ਲਿਖਾਉਣਾ ਚਾਹੀਦਾ? ਪੱਕਾ ਹੀ ਆ ਜੀ, ਜਿਸ ਜਾਤ ਦਾ ਧਰਮ ਐਥੈਂਟਿਸਿਟੀ ਹੈ ਸਾਡੀ ਹੈਗੀ ਜਿਹਦੇ ਨਾਲ
ਉੱਥੇ ਸਾਨੂੰ ਆਪਣੇ ਧਰਮ ਹੀ ਜਿੱਥੇ ਧਰਮ ਹੈ ਉੱਥੇ ਸਾਡੇ ਆਦਿ ਧਰਮ ਔਰ ਸਾਡੀ ਇਹ ਲੈਂਗੁਏਜ ਜਿਸ ਤਰ੍ਹਾਂ ਮੈਂ ਕਿਹਾ ਕਿ ਉਹ ਹੈ ਸਾਡੀ ਪੰਜਾਬੀ ਜਿਹੜੀ ਸਾਡੀ ਮਾਂ ਬੋਲੀ ਹੈਗੀ ਆ। ਔਰ ਇਹ ਜ਼ਰੂਰੀ ਨਹੀਂ ਕਿ ਅਸੀਂ ਪੰਜਾਬੀ ਹਾਂ ਸਾਡੀ ਮਾਂ ਬੋਲੀ ਉਹ ਪੰਜਾਬੀ ਹੋਏਗੀ। ਜਿਹੜੇ ਸਾਡੇ ਭਾਈਚਾਰਾ ਇਸ ਵੀਡੀਓ ਸਾਡੇ ਆਪਣੇ ਫਿਲਮ ਦੇਖ ਰਹੇ ਸਾਨੂੰ ਦੇਖ ਰਹੇ ਆ ਉਹਨਾਂ ਦੀ ਮਾਂ ਬੋਲੀ ਹਿੰਦੀ ਵੀ ਹੋ ਸਕਦੀ ਹੈ, ਉਹਨਾਂ ਦੀ ਮਾਂ ਬੋਲੀ ਹੋਰ ਵੀ ਜ਼ਮਾਨਾ ਹੋ ਸਕਦੀ ਜਿਹੜੀਆਂ ਕਿ ਸਾਡੇ ਸਾਰੇ ਭਾਰਤ ਵਿੱਚ ਵੱਖ-ਵੱਖ ਜ਼ਮਾਨਾ ਲੈਂਗੁਏਜਸ ਹਨ ਜਿਹੜੀਆਂ ਕਿ ਉਹਨਾਂ ਦੇ ਮਦਰ ਟੰਗ ਵਿੱਚ ਜਿਹੜੀ ਲਿਖਣੀ ਪਏਗੀ ਆ ਅਤੇ ਉਹ ਲਿਖਾਉਣਗੇ ਤਾਂ ਸਾਡੇ ਕਿ ਮੇਨ ਚੀਜ਼ ਜਿਹੜੀ ਹੈ ਸਾਡੀ ਉਹ ਜ਼ਰੂਰੀ ਹੈ। ਦੋ ਚੀਜ਼ਾਂ ਜ਼ਰੂਰੀ ਹੈ, ਇੱਕ ਸਾਡੀ ਜੋ ਸਾਡੀ ਜਾਤ ਆ ਅਤੇ ਸਾਡਾ ਧਰਮ ਆ। ਇਹਨਾਂ ਦੇ ਵਿੱਚ ਧਰਮੀ ਅਤੇ ਧਰਮ ਸਾਡਾ ਧਰਮ ਦੇ ਨਾਲ ਜਿਹੜਾ ਮਕਸਦ ਉਹਨੂੰ ਕਾਇਮ ਰੱਖਾਂਗੇ ਅਤੇ ਅਸੀਂ ਦੁਨੀਆ ਵਿੱਚ ਆਪਣਾ ਆਪ ਨੂੰ ਕਾਇਮ ਕਰ ਬਣਾ ਸਕਦੇ ਹਾਂ। ਕੀ ਆਪਣੇ ਮੇਰਾ ਠੀਕ ਹੈ ਜੀ। ਥੈਂਕ ਯੂ ਵੈਰੀ ਮੱਚ। ਆਸ ਕਰਾਂਗੇ ਫਿਰ ਆਪ ਜੀ ਨਾਲ ਰੂਬਰੂ ਹੋਣ ਦਾ ਮੌਕਾ ਮਿਲੇਗਾ ਅਤੇ ਅਸੀਂ ਆਪਣੇ ਵਿਚਾਰ ਆਪ ਜੀ ਨਾਲ ਸਾਂਝੇ ਕਰਾਂਗੇ। ਜੈ ਗੁਰਦੇਵ। ਹਾਂਜੀ, ਬਹੁਤ ਹੀ ਵਧੀਆ ਢੰਗ ਨਾਲ ਉਹ ਬੜੇ ਪਿਆਰ ਦੇ ਨਾਲ ਸ਼੍ਰੀਮਾਨ ਹਰਬੰਸ ਸਿੰਘ ਹੀਰਾ ਜੀ ਉਹਨਾਂ ਨੇ ਆਪਾਂ ਨੂੰ ਦੇਖੋ 1973 ਤੋਂ ਲਾ ਕੇ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਸਮਾਜ ਲਈ ਸਰਗਰਮੀਆਂ ਰੱਖੀਆਂ। ਉਹਨਾਂ ਨੇ ਆਪ ਅਤੇ ਬਾਕੀਆਂ ਨੂੰ ਵੀ ਨਾਲ ਜੋੜ ਕੇ ਜੋ ਆਦਿ ਧਰਮ ਉਹਦਾ ਨਾਮ ਮਿਟਣ ਨਹੀਂ ਦਿੱਤਾ ਬਲਕਿ ਹੋਰ ਰੋਸ਼ਨ ਕੀਤਾ। ਜੇਕਰ ਅਸੀਂ ਉੱਧਰ ਨੂੰ ਚੱਲਾਂਗੇ ਤਾਂ ਟਾਈਮ ਬਹੁਤ ਚਾਹੀਦਾ, ਲੇਕਿਨ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਬੜੇ ਲੰਬੇ ਸਮੇਂ ਤੋਂ ਆਪਣੀਆਂ ਸੇਵਾਵਾਂ ਜਿਹੜੀਆਂ ਉਹ ਸਮਾਜ ਲਈ ਦੇ ਰਹੇ ਨੇ। ਥੋੜ੍ਹੀਆਂ ਜਿਹੀਆਂ ਗੱਲਾਂ ਦੇਖਣ ਵਾਲੀਆਂ ਵੀ ਸਾਨੂੰ ਆਦਿ ਧਰਮ ਦੇ ਲਿਖਣਾ ਕਿਉਂ ਜ਼ਰੂਰੀ ਹੈ। ਆਦਿ ਧਰਮ ਸਾਡੇ ਲਈ ਇੱਕ ਅੰਮ੍ਰਿਤ ਫਲ ਦਾ ਬੂਟਾ ਹੈ ਜਿਹਨੇ ਸਾਨੂੰ ਜੀਣ ਦਾ ਹੱਕ ਦਵਾਤਾ। ਜਿਹੜੇ ਲੋਕ ਮੁਰਦਾ ਬਣ ਚੁੱਕੇ ਸੀ ਉਹਨਾਂ ਦੇ ਵਿੱਚ ਜਾਨ ਪਾ ਦਿੱਤੀ। ਅਤੇ ਦੇਖੋ ਇਹਨਾਂ ਨੇ ਆਦਿ ਧਰਮ ਨੇ ਅਸੀਂ ਕੋਈ ਜ਼ਮੀਨ 1 ਇੰਚ ਨਹੀਂ ਸੀ ਖਰੀਦ ਸਕਦੇ, ਜ਼ਮੀਨਾਂ ਵਾਲੇ ਬਣਾ ਦਿੱਤਾ। ਆਦਿ ਧਰਮ ਨੇ ਜਿਹਨਾਂ ਨੂੰ ਕਹਿੰਦੇ ਸੀ ਘਾਈ ਦੇ ਪੁੱਤ ਨੇ ਘਾਈ ਰਹਿਣਾ, ਉਹਨਾਂ ਨੂੰ ਪਟਵਾਰੀ, ਕਾਨੂੰਗੋ, DC ਅਤੇ ਵੱਡੇ ਤੋਂ ਵੱਡੇ ਅਹੁਦੇ ਉੱਪਰ ਬਹਾ ਦਿੱਤਾ। ਇਹ ਆਦਿ ਧਰਮ ਦੀ ਦੇਣ ਹੈ ਕਿ ਅੱਜ ਜੇ ਕੋਈ MLA ਬਣਦਾ, MP ਬਣਦਾ ਜਾਂ ਈਵਨ ਜੋ ਚੀਫ ਮਿਨਿਸਟਰ ਵੀ ਜੇਕਰ ਸਾਡੀ ਭੈਣ ਮਾਂਵਤੀ ਬਣੀ, ਇਹ ਉਸ ਵੇਲੇ ਆਦਿ ਧਰਮ ਦੇ ਸੰਘਰਸ਼ ਦੀ ਵਜ੍ਹਾ ਦੇ ਨਾਲ ਹੀ ਆ। ਆਦਿ ਧਰਮ ਨੇ ਸਾਨੂੰ ਸਕੂਲਾਂ ਦੇ ਜਿੰਦੇ ਘਲਵਾ ਦਿੱਤੇ। ਆਦਿ ਧਰਮ ਨੇ ਸਾਨੂੰ ਮੰਦਰਾਂ ਦੇ ਗੁਰਦੁਆਰਿਆਂ ਦੇ ਜਿੰਦਰੇ ਘਲਾ ਦਿੱਤੇ। ਆਦਿ ਧਰਮ ਨੇ ਹੀ ਸਾਨੂੰ ਇਹ ਆ ਵੀ ਜੋ ਵੀ ਅੱਜ ਸਾਡੇ ਪਾਸ ਹੱਕ ਹੈ ਉਹ ਲੈ ਕੇ ਦਿੱਤਾ। ਆਦਿ ਧਰਮ ਦਾ ਇੰਨਾ ਸੰਗਠਨ ਸੀ ਕਿ ਪਹਿਲੀ ਵਾਰੀ ਜਿਸ ਵੇਲੇ 1937 ਦੇ ਵਿੱਚ ਇਲੈਕਸ਼ਨ ਹੋਏ ਤਾਂ ਆਦਿ ਧਰਮ ਦੇ ਵੱਲੋਂ ਆਜ਼ਾਦ 8 MLA ਇਹਨਾਂ ਨੇ ਖੜ੍ਹੇ ਕੀਤੇ। 8 ਦੇ 8 ਇਸ ਤਰ੍ਹਾਂ ਕਾਮਯਾਬ ਹੋਏ। ਸਿਰਫ ਇੱਕ MLA ਜਿਹੜਾ 8ਵਾਂ ਸੀ ਉਹ ਥੋੜ੍ਹੀਆਂ ਵੋਟਾਂ 'ਤੇ ਹਾਰਿਆ ਅਤੇ ਜਿਹੜਾ ਉਹਨਾਂ ਦੀ ਜਗ੍ਹਾ 'ਤੇ ਹਾਰਿਆ ਸੀ ਉਹ ਆਦਿ ਧਰਮ ਦੇ ਵਿੱਚ ਸ਼ਾਮਲ ਹੋ ਗਿਆ। ਸੋ ਮੁੜ ਕੇ ਫਿਰ 8 ਦੇ 8 MLA ਪਹਿਲੀ ਵਾਰੀ ਇਹ ਹੱਕ ਕਿੱਥੋਂ ਲੈ ਕੇ ਦਿੱਤੇ? ਇਹ ਆਦਿ ਧਰਮ ਦੀ ਦੇਣ ਸੀ ਕਿ ਉਹਨਾਂ ਨੇ ਅੰਗਰੇਜ਼ ਗੌਰਮੈਂਟ ਦੇ ਨਾਲ ਆਪਣੀਆਂ ਬਹਿਸਾਂ ਕਰਕੇ ਜਿੰਨੇ ਵੀ ਕਮਿਸ਼ਨ ਭਾਰਤ ਨੂੰ ਆਜ਼ਾਦ ਕਰਾਉਣ ਲਈ ਆਜ਼ਾਦੀ ਦੇਣ ਲਈ ਗਏ, ਉਹਨੇ ਕਿਸ ਤਰ੍ਹਾਂ ਆਜ਼ਾਦੀ ਦੇਣੀ ਆ, ਉਹਨਾਂ ਨਾਲ ਮੀਟਿੰਗਾਂ ਕਰਕੇ ਅੰਗਰੇਜ਼ ਗੌਰਮੈਂਟ ਦੇ ਕੋਲੋਂ ਕਮਿਊਨਲ ਅਵਾਰਡ ਜਿਹੜਾ ਉਹ ਐਲਾਨ ਕਰਵਾਇਆ, ਜਿਹਦੇ ਵਿੱਚ ਸਾਨੂੰ ਆਪਣੀ ਵੱਖਰੀ ਕੌਮ, ਵੱਖਰਾ ਧਰਮ, ਵੱਖਰਾ ਸਭ ਕੁਝ ਪ੍ਰਾਪਤ ਹੋ ਗਿਆ ਸੀ। ਇਹ ਜਿਸ ਤਰ੍ਹਾਂ ਪਹਿਲਾਂ ਸਾਡੇ ਰੰਧਾਵਾ ਜੀ ਦੱਸ ਗਏ ਨੇ ਔਰ ਸਾਡੇ ਸੋਹਣ ਸਿੰਘ ਪ੍ਰਬੱਗਾ ਜੀ ਚਾਨਣਾ ਪਾ ਗਏ ਨੇ ਕਿ ਪੂਨਾ ਪੈਕਟ ਦੇ ਵਿੱਚ ਸਾਡੇ ਕੋਲੋਂ ਜਿਹੜਾ ਕਮਿਊਨਲ ਬੋਰਡ ਦੇ ਵਿੱਚ ਜੋ ਸਾਨੂੰ ਹੱਕ ਮਿਲੇ ਸੀ ਉਹ ਸਾਡੇ ਕੋਲ ਖੋਹ ਲੈ ਗਏ, ਉਹ ਸਾਡੇ ਕੋਲ ਲੈ ਗਏ ਔਰ ਸਾਨੂੰ ਥੋੜ੍ਹੇ ਜਿਹੇ ਹੱਕ ਦੇ ਕੇ ਸਾਨੂੰ ਇਹ ਜਿਹੜਾ ਇੱਥੇ ਤੱਕ ਲਿਆਂਦਾ। ਇਸੇ ਤਰ੍ਹਾਂ ਹੀ ਜੋ ਆਦਿ ਧਰਮ ਦੀ ਦੇਣ ਇਹ ਵੀ ਹੈ ਕਿ ਅੱਜ ਚਾਹੇ ਅਸੀਂ ਕਿਤੇ ਵੀ ਬੈਠੇ ਹਾਂ, ਚਾਹੇ ਬਾਹਰਲੇ ਮੁਲਕਾਂ ਵਿੱਚ ਹਾਂ, ਚਾਹੇ ਇੰਡੀਆ ਦੇ ਵਿੱਚ ਹੈ, ਉੱਥੇ ਵੀ ਜੇਕਰ ਕੋਈ ਕਿਸੇ ਵੀ ਅਹੁਦੇ 'ਤੇ ਹੈ ਉਹ ਆਦਿ ਧਰਮ ਦੀ ਦੇਣ ਹੈ। ਜੇ ਕੋਈ ਲੀਡਰ ਹੈ ਉਹ ਆਦਿ ਧਰਮ ਦੀ ਦੇਣ ਹੈ। ਇਹਦੀ ਸਭ ਤੋਂ ਵੱਡੀ ਐਗਜ਼ਾਮਪਲ ਰਾਊਂਡ ਟੇਬਲ ਕਾਨਫਰੰਸ ਜਿਹੜੀ ਲੰਡਨ ਵਿੱਚ ਹੋਈ ਸੀ, ਜਿਸ ਵੇਲੇ ਗਾਂਧੀ ਨੇ ਮਨਵੱਤ ਰੱਖ ਦਿੱਤਾ ਕਿ ਮੈਂ ਹੀ ਅਸੂਲਤਾਂ ਦਾ ਨੁਮਾਇੰਦਾ ਹਾਂ। ਉਸ ਵੇਲੇ ਫਿਰ ਇਹ ਆਦਿ ਧਰਮ ਸੀ, ਬਾਬੂ ਮੰਗੂ ਰਾਮ ਸੀ ਜਿਹਨੇ ਖੂਨ ਦੇ ਨਾਲ ਟੈਲੀਗ੍ਰਾਮਾਂ ਸਾਈਨ ਕਰਕੇ ਇੰਨੀਆਂ ਪਾਤੀਆਂ। ਬਾਬਾ ਸਾਹਿਬ ਡਾਕਟਰ ਅੰਬੇਦਕਰ ਨੂੰ ਸਾਡੇ ਗਰੀਬ ਸਮਾਜ ਦਾ ਲੀਡਰ ਚੁਣਿਆ, ਉਹ ਬਾਬੂ ਮੰਗੂ ਰਾਮ ਦੀ ਦੇਣ ਆ, ਉਹ ਆਦਿ ਧਰਮ ਦੀ ਦੇਣ ਹੈ। ਅੱਜ ਭਾਵੇਂ ਸਾਡੇ ਕੋਲ ਥੋੜ੍ਹੀ ਬਹੁਤੀ ਪੜ੍ਹਾਈ ਆ ਗਈ ਆ, ਅਸੀਂ ਅਫਸਰ ਵੀ ਲੱਗ ਗਏ ਹਾਂ, ਲੇਕਿਨ ਅਸੀਂ ਆਪਣੇ ਬਜ਼ੁਰਗਾਂ ਨੂੰ ਜਿਹੜੇ ਆ ਉਹਨਾਂ ਦੇ ਦਿੱਤੀਆਂ ਕੁਰਬਾਨੀਆਂ ਨੂੰ ਆ ਉਹ ਭੁੱਲਦੇ ਜਾ ਰਹੇ ਹਾਂ। ਇਸ ਕਰਕੇ ਮੈਂ ਥੋੜ੍ਹਾ, ਕਿਉਂਕਿ ਟਾਈਮ ਆਪਣੇ ਪਾਸ ਹੈ, ਇਸ ਕਰਕੇ ਇੱਧਰ ਨੂੰ ਹੁਣ ਬਹੁਤਾ ਨਹੀਂ ਜਾਵਾਂਗਾ, ਕਿਉਂਕਿ ਹਰ ਰੋਜ਼ ਅਸੀਂ ਪ੍ਰੋਗਰਾਮ ਕਰਦੇ ਹਾਂ।
ਕਾਂਸੀ ਰੇਡੀਓ ਤੇ ਮੇਰਾ ਸਤਿਗੁਰ ਕਾਂਸੀ ਵਾਲਾ ਪ੍ਰੋਗਰਾਮ 6 ਤੋਂ 8 ਵਜੇ ਹਰ ਰੋਜ਼ ਹੁੰਦਾ। ਤੁਸੀਂ ਉਹਦੇ ਵਿੱਚ ਸੁਣਿਆ ਕਰੋ। ਇਹ ਸਾਰੀਆਂ ਗੱਲਾਂ ਉੱਥੇ ਦੁਹਰਾਈਆਂ ਜਾਂਦੀਆਂ। ਥੋੜ੍ਹੀਆਂ ਲਾਈਨਾਂ ਦੇ ਵਿੱਚ ਬਹੁਤੀ ਗੱਲ ਕਹਿ ਹੋ ਜਾਂਦੀ। ਇਸ ਕਰਕੇ ਮੈਂ ਆਮ ਤੌਰ 'ਤੇ ਕਵਿਤਾ ਜਿਹੜੀ ਉਹ ਪੜ੍ਹਦਾ ਹੁੰਦਾ ਤਾਂ ਕਿ ਬਹੁਤਾ ਟਾਈਮ ਨਾ ਲਿਆ ਜਾਵੇ। ਉਹ ਕਵਿਤਾ ਵਿੱਚ ਬਹੁਤ ਸਾਰੀਆਂ ਗੱਲਾਂ ਉਹ ਥੋੜ੍ਹੇ ਟਾਈਮ ਵਿੱਚ ਕਹਿ ਹੋ ਜਾਂਦੀਆਂ। ਸੋ ਸਾਡੇ ਬਜ਼ੁਰਗਾਂ ਨੇ ਬਹੁਤੇ ਸਾਰੇ ਸਾਡੇ ਕਈ ਹਾਲੇ ਵੀ ਐਸੇ ਵੀਰ ਆ ਜਿਹੜੇ ਜਾਣ ਬੁੱਝ ਕੇ ਉਹਨੂੰ ਪਤਾ ਵੀ ਹੈ ਕਈਆਂ ਨੂੰ ਕਿ ਆਹ ਧਰਮ ਇੱਕ ਵਿਸ਼ਾਲ ਸੀ, ਲੇਕਿਨ ਉਹ ਇੰਨੀ ਕੀ ਗੱਲ ਕਹਿ ਦੂਗੇ ਇਹ ਤਾਂ ਜੀ ਗੱਲਾਂ ਜਲੰਧਰ ਵਿੱਚ ਸੀ। ਲਓ ਮੈਂ ਕੁਝ ਲਾਈਨਾਂ ਰਾਹੀਂ ਦੱਸਦਾ ਕਿੱਥੇ ਕਿੱਥੇ ਔਰ ਕਿਸ ਤਰ੍ਹਾਂ ਸਾਡੇ ਉਹਨਾਂ ਬਜ਼ੁਰਗਾਂ ਨੇ ਕੁਰਬਾਨੀਆਂ ਦੇ ਕੇ ਕਿੱਥੇ ਤੱਕ ਇਹਨੂੰ ਪਹੁੰਚਾਇਆ ਸੀ। ਅੱਜ ਜਿਹੜਾ ਪੰਜਾਬ ਉਹ ਤਾਂ ਨਿੱਕੀ ਜਿਹੀ ਪੰਜਾਬੀ ਰਹਿ ਗਈ ਆ। ਅੱਜ ਇੱਥੇ ਹਰਿਆਣਾ ਕੀ, ਹਿਮਾਚਲ ਕੀ, ਇੱਧਰ ਜੰਮੂ ਕਸ਼ਮੀਰ, ਅੱਧਾ ਪਾਕਿਸਤਾਨ ਇਹ ਪੰਜਾਬ ਦੇ ਵਿੱਚ ਹੁੰਦਾ ਸੀ। ਇੱਥੇ ਸਾਰਾ ਆਦਿ ਧਰਮ ਫੈਲਿਆ ਸੀ। ਸੋ ਆਦਿ ਧਰਮ ਦੇ ਕੌਮੀ ਪਰਵਾਨੇ ਕੌਣ ਕੌਣ ਸੀ ਉਹਨਾਂ ਬਾਰੇ ਥੋੜ੍ਹੀਆਂ ਜਿਹੀਆਂ ਮੈਂ ਲਾਈਨਾਂ ਬੋਲਾਂਗਾ। ਆਦਿ ਧਰਮ ਹੋਂਦ ਵਿੱਚ ਲਿਆਉਣ ਦੇ ਲਈ ਆਦਿ ਧਰਮ ਹੋਂਦ ਵਿੱਚ ਲਿਆਉਣ ਦੇ ਲਈ ਮੰਗੂ ਰਾਮ ਨੇ ਬਿਗਲ ਵਜਾ ਦਿੱਤਾ। ਸੰਤ ਰਾਮ ਆਜ਼ਾਦ ਸੀ ਨਾਲ ਉਸ ਦੇ, ਸੰਤ ਰਾਮ ਆਜ਼ਾਦ ਸੀ ਨਾਲ ਉਸ ਦੇ, ਸੁੱਤੀ ਕੌਮ ਨੂੰ ਟੁੰਬ ਜਗਾ ਦਿੱਤਾ। ਗੋਪਾਲ ਦਾਸ ਭਰਪੂਰ ਮਹਾਤਮਾ ਨੇ ਸੋਹਣਾ ਆਪਣਾ ਫਰਜ਼ ਨਿਭਾ ਦਿੱਤਾ। ਇਕੱਠੇ ਹੋ ਕੇ ਸਭ ਪ੍ਰਚਾਰਕਾਂ ਨੇ ਪਿੰਡਾਂ ਸ਼ਹਿਰਾਂ 'ਚ ਚੱਕਰ ਲਗਾ ਦਿੱਤਾ। ਸੰਸਾਰ ਚੰਦ ਤੇ ਗਣੇਸ਼ ਦਾਸ ਜੀ ਨੇ ਇਹਨਾਂ ਕੌਮ ਦੇ ਪੂਰਨੇ ਪਾਏ ਸੋਹਣੇ, ਫਾਕੇ ਕੱਟ ਕੱਟ ਕੇ ਪੈਦਲ ਤੁਰ ਕੇ ਘਰ ਸੰਦੇਸ਼ ਪਹੁੰਚਾਏ ਸੋਹਣੇ। ਲੁਧਿਆਣਾ, ਜਲੰਧਰ, ਹੁਸ਼ਿਆਰਪੁਰ ਵਿੱਚ ਕੁੱਲੂ ਕਾਂਗੜੇ ਪੈਰ ਅਜਮਾਏ ਸੋਹਣੇ। ਜਗ੍ਹਾ ਜਗ੍ਹਾ 'ਤੇ ਔਕੜਾਂ ਆਉਂਦੀਆਂ ਸਨ, ਧੜਕੇ ਮੂਲ ਨਹੀਂ ਪੈਰ ਅੜਾਏ ਸੋਹਣੇ। ਹਰੀ ਰਾਮ ਪੰਡੋਰੀ ਬੀਬੀ ਦੇ ਸਨ, ਸੁਲਝੇ ਹੋਏ ਉਹ ਚਤਰ ਇਨਸਾਨ ਹੈ ਸੀ। ਭਾਸ਼ਣ ਅੱਜ ਵੀ ਉਹਨਾਂ ਦੇ ਯਾਦ ਆਉਂਦੇ, ਸੁਣ ਕੇ ਹੋਮ ਦੇ ਲੋਕ ਹੈਰਾਨ ਹੈ ਸੀ। ਠਾਕਰ ਚੰਦ ਬਾਬੂ ਰਾਮ ਚੰਦ ਖੇੜਾ ਹੰਸ ਰਾਜ ਪ੍ਰੇਮ ਗੜ ਜਾਨ ਹੈ ਸੀ। ਪ੍ਰੈਜ਼ੀਡੈਂਟ ਬਾਬੂ ਮੰਗੂ ਰਾਮ ਜੀ ਨੇ ਪਕੜੀ ਕੌਮ ਦੀ ਹੱਥ ਕਮਾਨ ਹੈ ਸੀ। ਇੱਧਰ ਰੋਹਤਕ ਹਿਸਾਰ ਗੁਰਦਾਸਪੁਰ ਵਿੱਚ ਡੇਰਾ ਜਾਏ ਫਿਰੋਜ਼ਪੁਰ ਲਾਇਆ ਏ। ਹਜ਼ਾਰਾ ਰਾਮ ਜੀ ਤੇ ਬੱਗੂ ਰਾਮ ਚਿੱਤੋਂ ਖੂਨ ਡੋਲ ਕੇ ਬੂਟਾ ਇਹ ਲਾਇਆ ਏ। ਲੱਭੂ ਰਾਮ ਸੂਚੀ ਪਿੰਡ ਵਾਲਿਆਂ ਨੇ ਇਸ ਤੋਂ ਆਪਣਾ ਆਪ ਲਟਾਇਆ ਏ। ਮੰਗੂ ਰਾਮ ਕਦੇ ਵੀ ਭੁੱਲਣਾ ਨਹੀਂ ਜਿਹੜਾ ਤੈ ਉਪਕਾਰ ਕਮਾਇਆ ਏ। ਤੁਰੇ ਸੂਰਮੇ ਬੰਨ੍ਹ ਕੇ ਲਾਲ ਪੱਗਾਂ ਹੱਥ ਪਕੜਿਆ ਕੌਮੀ ਇਨਸਾਨ ਵੀਰੋ। ਗਏ ਟੱਪ ਲਾਹੌਰ ਦਰਿਆ ਰਾਵੀ ਸੇਖੂਪੁਰਾ ਨਨਕਾਣਾ ਮਲਤਾਨ ਵੀਰੋ। ਲਾਇਲਪੁਰ ਸਰਗੋਧਾ ਤੇ ਮਿੰਟ ਗੁਮਰੀ ਜਗ੍ਹਾ ਜਗ੍ਹਾ ਜਲਸੇ ਕਰਵਾਉਣ ਵੀਰੋ। ਕਈ ਥਾਈਂ ਨਾਕਾਬੰਦੀਆਂ ਹੋਈਆਂ ਸਨ, ਕੌਮੀ ਸੂਰਮੇ ਨਾ ਘਬਰਾਉਣ ਵੀਰੋ। ਇੱਕ ਨਹੀਂ ਹਜ਼ਾਰ ਨਹੀਂ ਲੱਖਾਂ ਦੀ ਹੋਈ ਗਿਣਤੀ ਆਦਿ ਕੌਮ ਦੇ ਪੂਰਨੇ ਪਾਉਣ ਵਾਲੇ ਉਹ ਲਿਖੇ ਜਾਣਗੇ ਵਿੱਚ ਇਤਿਹਾਸ ਸਾਰੇ ਆਦਿ ਧਰਮ ਦੀ ਲਹਿਰ ਚਲਾਉਣ ਵਾਲੇ। ਝਗੜੂ ਰਾਮ ਦੂਜਾ ਰਲਾ ਰਾਮ ਹੱਸ ਕੇ ਸ਼ਹੀਦੀਆਂ ਪਾਉਣ ਵਾਲੇ। ਡਾਂਗਾ ਮਾਰੀਆਂ ਸਿਰਾਂ 'ਤੇ ਸ਼ਹੀਦ ਕਰ ਦਿੱਤੇ। ਝਗੜੂ ਰਾਮ ਦੂਜਾ ਰਲਾ ਰਾਮ ਆਦਿ ਹੱਸ ਕੇ ਸ਼ਹੀਦੀਆਂ ਪਾਉਣ ਵਾਲੇ। ਮੰਦਰ ਅਸਾਰਿਆਂ ਨਾਲ ਕੁਰਬਾਨੀਆਂ ਦੇ ਫੜਾਂ ਫੋਕੀਆਂ ਨਹੀਂ ਸੀ ਮਾਨ ਵਾਲੇ। ਆਦਿ ਧਰਮੀਆਂ ਉਹ ਆਦਿ ਧਰਮ ਤੇਰਾ ਦੇਖੀ ਹੋਰ ਭਲੇਖੇ ਵਿੱਚ ਆਈ ਨਾ ਤੂੰ। ਬਾਣੀ ਗੁਰੂ ਰਵਿਦਾਸ ਦੀ ਦੱਸਦੀ ਏ ਹੀਰਾ ਉਸ ਨੂੰ ਦਿਲੋਂ ਭੁਲਾਈ ਨਾ ਤੂੰ। ਸੋ ਇਹ ਕੁਰਬਾਨੀਆਂ ਉਹਨਾਂ ਬਜ਼ੁਰਗਾਂ ਦੀਆਂ ਜਿਨ੍ਹਾਂ ਨੇ ਡਾਂਗਾ ਖਾ ਕੇ ਸ਼ਹੀਦੀਆਂ ਪਾ ਦਿੱਤੀਆਂ, ਜਿਨ੍ਹਾਂ ਨੇ ਸਾਡੇ ਹੱਕਾਂ ਦੀ ਖਾਤਰ, ਜਿਨ੍ਹਾਂ ਦੀ ਜੀਵਨੀ ਜਿਹੜੀ ਸੀ ਪਸ਼ੂਆਂ ਤੋਂ ਵੀ ਭੈੜੀ ਸੀ, ਜੋ ਕਿਤੇ ਵੀ ਆਪਣੇ ਚੰਗੇ ਕੱਪੜੇ ਨਹੀਂ ਪਾ ਸਕਦੇ, ਕੋਈ ਐਜੂਕੇਸ਼ਨ ਨਹੀਂ ਸੀ ਲੈ ਸਕਦੇ, ਕਿਸੇ ਪਾਸੇ ਵੀ ਕਿਸੇ ਵੀ ਪ੍ਰਸ਼ਾਸਨ ਦੇ ਵਿੱਚ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਸੀ। ਔਰ ਇੰਤਕਾਲ ਅਰਾਜੀ ਜਿਸ ਵੇਲੇ ਐਕਟ ਚਲਾਇਆ, ਇੰਤਕਾਲ ਅਰਾਜੀ ਜੋ ਐਕਟ ਸੀ ਉਹਦੇ ਅਧੀਨ ਸਾਡੀਆਂ ਜਿਹੜੀਆਂ ਇਹ ਗਰੀਬ ਕੌਮਾਂ ਨੂੰ ਇਹਨਾਂ ਨੂੰ ਗੈਰ ਮਰੂਸੀ ਦੇ ਦਿੱਤਾ ਸੀ ਵੀ 1 ਇੰਚ ਵੀ ਜ਼ਮੀਨ ਨਹੀਂ ਖਰੀਦ। ਇਹੋ ਜਿਹੜੇ ਐਕਟ ਆ ਉਹ ਉਹਨਾਂ ਨੇ 1927 ਦੇ ਵਿੱਚ ਤੜਵਾ ਦਿੱਤੇ ਸੀ ਅੰਗਰੇਜ਼ਾਂ ਦੇ ਕੋਲੋਂ। ਔਰ ਸਾਨੂੰ ਵੋਟਾਂ ਦਾ ਔਰ ਬਾਕੀ ਜੋ ਵੀ ਹੱਕ ਸਾਡੇ ਕੋਲ ਹੈ
ਇਹ ਆਦ ਧਰਮ ਦੀ ਦੇਣ ਹੈ। ਇਸ ਕਰਕੇ ਮੈਂ ਬੇਨਤੀ ਕਰਦਾ ਹੱਥ ਬੰਨ੍ਹ ਕੇ ਉਹਨਾਂ ਬਜ਼ੁਰਗਾਂ ਅੱਗੇ ਵੀ, ਔਰ ਸਾਡੇ ਇੱਥੇ ਜੋ ਸਾਡੇ ਪੰਜਾਬ ਤੋਂ ਖਾਸ ਕਰਕੇ ਆਏ ਉਹ ਲੋਕ ਨੇ, ਉਹਨਾਂ ਨੂੰ ਇਹ ਬੇਨਤੀ ਕਰਦਾ ਕਿ ਉਹਨਾਂ ਬਜ਼ੁਰਗਾਂ ਦੀਆਂ ਦਿੱਤੀਆਂ ਕੁਰਬਾਨੀਆਂ ਨੂੰ ਅਜਾਏ ਨਾ ਜਾਣ ਦਿਓ, ਅਕੈਤ ਕਰਨਾ ਬਣੋ। ਆਓ ਆਪਾਂ ਆਪਣੇ ਦੇਸ਼ ਦੇ ਆਦਿਵਾਸੀ ਹਾਂ, ਆਪਣੇ ਆਪ ਨੂੰ ਆਦਿ ਧਰਮੀ ਲਿਖਾਈਏ। ਆਦਿ ਧਰਮ ਦੇ ਵਿੱਚ 37 ਕੌਮਾਂ ਆਉਂਦੀਆਂ। ਅਸੀਂ ਜੇਕਰ ਇੱਕ ਪਰਟੀਕੂਲਰ ਜਾਤ ਨੂੰ ਲੈ ਕੇ ਧਰਮ ਬਣਾਵਾਂਗੇ ਤਾਂ ਇਹਦਾ ਮਤਲਬ ਇਹ ਆ ਕਿ ਅਸੀਂ ਉਹ ਜਿਨ੍ਹਾਂ ਲੋਕਾਂ ਦੀ ਕਹਿੰਦੇ ਆ ਵੀ ਉਹ ਸਾਡੇ ਨਾਲ ਨਫ਼ਰਤ ਕਰਦੇ ਆ, ਸਾਨੂੰ ਉੱਚੇ ਕਹਿੰਦੇ ਨੀਵੇਂ ਕਹਿੰਦੇ ਆ, ਤਾਂ ਅਸੀਂ ਉਹਨਾਂ ਤੋਂ ਵੀ ਭੈੜੇ ਬਣ ਜਾਵਾਂਗੇ ਕਿ ਅਸੀਂ ਇੱਕ ਜਾਤ ਨੂੰ ਲੈ ਕੇ ਤੁਰ ਪਏ ਹਾਂ। ਸਾਡਾ ਕੰਮ ਹੈ ਜੋ ਭਾਰਤ ਦੇ ਜਿੰਨੇ ਵੀ ਮੂਲ ਨਿਵਾਸੀ ਆ, 37 ਕੌਮਾਂ ਜਿਸ ਵੇਲੇ 1926 ਦੇ ਵਿੱਚ ਉਹਨੇ ਐਲਾਨ ਕੀਤੀਆਂ, ਉਹ ਸਾਰੀਆਂ ਨੂੰ ਨਾਲ ਲੈ ਕੇ ਤੁਰੀਏ। ਉਹ ਚਾਹੇ ਆਪਣੇ ਆਪ ਨੂੰ ਕਿਸੇ ਵੀ ਲੈਂਗੁਏਜ, ਕਿਉਂਕਿ ਕਈ ਹਰਿਆਣੇ ਵਿੱਚ ਰਹਿੰਦੇ ਆ, ਕਈ ਬਾਹਰ ਦੂਜਿਆਂ ਸੂਬਿਆਂ ਦੇ ਵਿੱਚ ਰਹਿੰਦੇ ਆ, ਉਹ ਆਪਣੀ ਲੈਂਗੁਏਜ ਉਹ ਲਿਖਾ ਸਕਦੇ ਆ। ਲੇਕਿਨ ਧਰਮ ਦੇ ਖਾਤੇ ਵਿੱਚ ਆਦਿ ਧਰਮ, ਐਥਨਿਕਸਿਟੀ ਦੇ ਵਿੱਚ ਆਪਣੇ ਆਪ ਨੂੰ ਆਦਿ ਧਰਮੀ, ਅਤੇ ਲੈਂਗੁਏਜ ਜੋ ਪੰਜਾਬ 'ਚੋਂ ਅਸੀਂ ਆਏ ਹਾਂ ਸਾਨੂੰ ਪੰਜਾਬੀ ਲਿਖਾਉਣੀ ਚਾਹੀਦੀ ਆ। ਇਹਦੇ ਨਾਲ ਹੀ ਮੈਂ ਇਹ ਕਹਾਂਗਾ ਆਦਿ ਧਰਮ ਫੋਰ ਐਵਰ, ਔਰ ਸਾਨੂੰ ਆਦਿ ਧਰਮ ਦੇ ਨਾਲ ਹਮੇਸ਼ਾ ਹੀ, ਕਿਉਂਕਿ ਸਾਡੇ ਬਜ਼ੁਰਗਾਂ ਨੇ ਸਾਨੂੰ ਇਹ ਕਿਹਾ ਸੀ, ਛੱਡ ਝਗੜਾ ਰੰਗਾਲਾ ਲਾਲ ਪਗੜਾ, ਧਰਮ ਨੂੰ ਨਹੀਂ ਛੱਡਣਾ ਹੋ ਤਕੜਾ। ਜੈ ਗੁਰਦੇਵ, ਧੰਨ ਗੁਰਦੇਵ। ਆਦਿ ਧਰਮ ਹੈ ਧਰਮ ਸਾਡਾ, ਆਦਿ ਧਰਮ ਹੀ ਹੈ ਸਾਡਾ ਨਾਮ। ਆਦਿ ਧਰਮ ਜੀ ਸਦਾ ਅਮਰ ਰਹੇ, ਰਵਿਦਾਸ ਗੁਰੂ ਸਤਨਾਮ। ਆਦਿ ਧਰਮ ਹੈ ਧਰਮ ਸਾਡਾ, ਆਦਿ ਧਰਮ ਹੈ ਸਾਡਾ ਨਾਮ। ਆਦਿ ਧਰਮ ਸਦਾ ਹੀ ਅਮਰ ਰਹੇ, ਰਵਿਦਾਸ ਗੁਰੂ ਸਤਨਾਮ। ਆਦਿ ਧਰਮ ਹੈ ਧਰਮ ਸਾਡਾ, ਆਦਿ ਧਰਮ ਹੈ ਸਦਾ ਨਾਮ। ਆਦਿ ਧਰਮ ਸਦਾ ਅਮਰ ਰਹੇ, ਗੁਰੂ ਰਵਿਦਾਸ ਸਤਨਾਮ।